ਨਿੱਕੀਆਂ ਜਿੰਦਾਂ ਵੱਡੇ ਸਾਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਨਿੱਕੀਆਂ ਜਿੰਦਾਂ ਦੇ ਵੱਡੇ ਸਾਖਿਆਂ ਨੂੰ ਟ੍ਰਿਬਿਊਟ ਦੇਣ ਵਾਸਤੇ ਸਿੱਖ ਚੈਨਲ ਵੱਲੋਂ ਹਰ ਸਾਲ ਇਹਨਾਂ ਦਿਨਾਂ ਦੇ ਵਿੱਚ ਦਸੰਬਰ ਦੇ ਮਹੀਨੇ ਵਿੱਚ ਉਪਰਾਲਾ ਸਾਕਾ ਸਰਹੰਦ ਕਰਾਇਆ ਜਾਂਦਾ ਹੈਗਾ ਆ। ਵੀ ਪ੍ਰਾਊਡ ਟੂ ਸੇ ਕਿ ਇਹ 5ਵਾਂ ਸਾਲ ਆ ਜਦੋਂ ਇੰਗਲੈਂਡ ਦੇ ਵੱਖ-ਵੱਖ ਗੁਰਦੁਆਰਿਆਂ ਦੇ ਵਿੱਚ ਸਾਕਾ ਸਰਹੰਦ ਉਪਰਾਲਾ ਜਿਹੜਾ ਆ ਸਿੱਖ ਚੈਨਲ ਵੱਲੋਂ ਔਰਗਨਾਈਜ਼ ਕਰਾਇਆ ਜਾਏਗਾ। ਹਰ ਲੋਕਲ ਏਰੀਆ ਦੇ ਗੁਰਦੁਆਰੇ, ਉੱਥੇ ਦੀ ਔਰਗਨਾਈਜੇਸ਼ਨਸ, ਉੱਥੇ ਦੀ ਕਮਿਊਨਿਟੀਜ਼, ਦ ਸਿੱਖ ਚੈਰਿਟੀਜ਼ ਸਾਰਿਆਂ ਦੇ ਨਾਲ ਰਲ ਮਿਲ ਕੇ ਹਰ ਸਾਲ ਸਿੱਖ ਚੈਨਲ ਦੀ ਇਹ ਪਹਿਲ ਰਹਿੰਦੀ ਆ ਕਿ ਅਸੀਂ ਗੁਰਦੁਆਰਿਆਂ ਵਿੱਚ ਜਾ ਕੇ ਉੱਥੇ ਦੀ ਕਮਿਊਨਿਟੀ ਦੇ ਨਾਲ ਇਹ ਸਾਕਾ ਸਰਹੰਦ ਦੇ ਉਪਰਾਲੇ ਕਰੀਏ ਤਾਂ ਕਿ 4 ਸਾਹਿਬਜ਼ਾਦਿਆਂ ਦੀ ਸ਼ਹੀਦੀ ਅਤੇ ਕੁਰਬਾਨੀ ਨੂੰ ਯਾਦ ਰੱਖਦੇ ਹੋਇਆਂ ਹਰ ਸਾਲ ਦੇ ਵਾਂਗ ਇਸ ਸਾਲ ਵੀ 23 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ 6 ਰਾਤਾਂ ਦੇ ਵਿੱਚ ਅਸੀਂ ਸਾਕਾ ਸਰਹੰਦ ਉਪਰਾਲਾ ਜਿਹੜਾ ਆ ਇੰਗਲੈਂਡ ਦੇ ਵੱਖ-ਵੱਖ ਗੁਰਦੁਆਰੇ ਦੇ ਵਿੱਚ ਮਨਾਉਣ ਜਾ ਰਹੇ ਹਾਂ। 6 ਰਾਤਾਂ ਦਾ ਉਪਰਾਲਾ ਉਸ ਕੁਰਬਾਨੀ, ਉਸ ਸ਼ਹੀਦੀ ਦਾ ਕਦੇ ਵੀ ਚੰਗੀ ਤਰ੍ਹਾਂ ਟ੍ਰਿਬਿਊਟ ਨਹੀਂ ਕਰ ਸਕਦਾ, ਪਰ ਫਿਰ ਵੀ ਆਪਣੀ ਇਸ ਛੋਟੀ ਜਿਹੀ ਕੋਸ਼ਿਸ਼ ਨਾਲ ਅਸੀਂ ਜ਼ਰੂਰ ਉਮੀਦ ਕਰਦੇ ਹਾਂ ਕਿ ਤੁਹਾਡੇ ਬੱਚਿਆਂ ਦੇ ਵਿੱਚ, ਤੁਹਾਡੇ ਨਿਆਣਿਆਂ ਦੇ ਦਿਲਾਂ ਦੇ ਵਿੱਚ ਸਿੱਖੀ ਵਾਸਤੇ ਪ੍ਰੇਮ ਜਿਹੜਾ ਆ ਉਹ ਉਜਾਗਰ ਹੋਏਗਾ। ਉਹਨਾਂ ਨੂੰ ਹੋਰ ਜ਼ਿਆਦਾ ਆਪਣੇ ਇਤਿਹਾਸ ਬਾਰੇ, ਆਪਣੇ ਹੈਰੀਟੇਜ ਬਾਰੇ ਪਤਾ ਚੱਲੇਗਾ। ਉਹਨਾਂ ਦਾ ਜਿਹੜਾ ਪ੍ਰੇਮ ਹੈਗਾ ਆ ਆਪਣੇ ਸਿੱਖੀ ਦੇ ਨਾਲ ਉਹ ਵਧੇਗਾ। ਅਤੇ ਆਓ ਅਸੀਂ ਕੋਸ਼ਿਸ਼ ਕਰੀਏ ਕਿ ਇਹਨਾਂ 6 ਰਾਤਾਂ ਦੇ ਵਿੱਚ ਜ਼ਰੂਰ ਆਪਣੇ ਬੱਚਿਆਂ ਨੂੰ ਇਹਨਾਂ ਉਪਰਾਲਿਆਂ ਦੇ ਵਿੱਚ ਲੈ ਕੇ ਜਾਈਏ ਤਾਂ ਕਿ ਉਹਨਾਂ ਨੂੰ ਆਪਣੀ ਸਿੱਖੀ ਬਾਰੇ ਹੋਰ ਵੀ ਜ਼ਿਆਦਾ ਨੌਲੇਜ ਜਿਹੜੀ ਆ ਮਿਲ ਸਕੇ। ਅਤੇ 23 ਦਸੰਬਰ ਤੋਂ 28 ਦਸੰਬਰ ਦੇ ਵਿੱਚ ਡਿਫਰੈਂਟ ਗੁਰਦੁਆਰਿਆਂ ਦੇ ਵਿੱਚ ਇਹ ਉਪਰਾਲੇ ਹੋਣ ਜਾ ਰਹੇ ਨੇ, ਜਿਹਦੇ ਵਿੱਚ 26 ਦਸੰਬਰ ਦੀ ਰਾਤ ਲੈਸਟਰ ਵਿਖੇ ਗੁਰਦੁਆਰਾ ਗੁਰੂ ਪੰਥ ਪ੍ਰਕਾਸ਼ ਵਿਖੇ ਸਾਕਾ ਸਰਹੰਦ ਉਪਰਾਲਾ ਜਿਹੜਾ ਆ ਕਰਾਇਆ ਜਾਊਗਾ। ਲੈਸਟਰ ਦੀ ਸਾਰੀ ਹੀ ਸੰਗਤ ਨੂੰ ਸਿੱਖ ਚੈਨਲ ਵੱਲੋਂ ਅਸੀਂ ਗਹਿਰੇ ਦਿਲ ਤੋਂ ਧੰਨਵਾਦ ਕਰਦੇ ਹਾਂ ਜੀ। ਉਹਨਾਂ ਦੇ ਸਹਿਯੋਗ, ਉਹਨਾਂ ਦੇ ਸਪੋਰਟ ਦੇ ਸਦਕਾ ਹੀ ਇਸ ਵਾਰੀ ਉਪਰਾਲਾ ਜਿਹੜਾ ਆ ਉਸ ਗੁਰਦੁਆਰੇ ਕਰਾਇਆ ਜਾ ਰਿਹਾ ਆ। ਅਤੇ ਗੁਰਦੁਆਰਿਆਂ ਦੀ ਕਮੇਟੀ ਦਾ ਵੀ ਅਸੀਂ ਬਹੁਤ ਥੈਂਕ ਯੂ ਕਰਨਾ ਚਾਹੁੰਦੇ ਹਾਂ। ਅਤੇ ਲੈਸਟਰ ਦੇ ਹੀ ਗੁਰਦੁਆਰੇ ਅੱਜ ਅਸੀਂ ਆਏ ਹਾਂ ਗੁਰਦੁਆਰਾ ਗੁਰੂ ਅਮਰਦਾਸ ਜੀ, ਜਿੱਥੇ ਕਿ ਆ ਕੇ ਅਸੀਂ ਇਹਨਾਂ ਨੂੰ ਜਿਹੜਾ ਖੁੱਲ੍ਹਾ ਸੱਦਾ ਦੇਣਾ ਹੈਗਾ ਆ। ਸਾਰੀ ਸੰਗਤ ਨੂੰ ਖੁੱਲ੍ਹਾ ਸੱਦਾ ਆ। ਤੁਸੀਂ ਲੈਸਟਰ ਰਹਿੰਦੇ ਆ, ਤੁਸੀਂ ਵੈਸਟ ਮਿਡਲੈਂਡਸ ਦੇ ਵਿੱਚ ਜਿੱਥੇ ਵੀ ਰਹਿੰਦੇ ਆ, ਪੂਰੀ ਕੋਸ਼ਿਸ਼ ਕਰੋ ਕਿ ਲੈਸਟਰ 26 ਤਰੀਕ ਰਾਤ ਨੂੰ ਜ਼ਰੂਰ ਪਹੁੰਚੋ ਜੀ। ਜਿਹੜਾ ਵੇਰਵਾ ਹੈਗਾ ਆ ਕੀਰਤਨੀਆਂ ਜਥਿਆਂ ਦਾ, ਢਾਡੀ ਜਥਿਆਂ ਦਾ, ਕਵਿਸ਼ੀ ਜਥਿਆਂ ਦਾ, ਉਹ ਵੀ ਤੁਹਾਨੂੰ ਛੇਤੀ ਹੀ ਦੱਸਿਆ ਜਾਊਗਾ। ਅਤੇ ਅੱਜ ਇਹੀ ਸਾਰੀ ਡਿਸਕਸ਼ਨ ਕਰਨ ਵਾਸਤੇ, ਮੀਟਿੰਗ ਕਰਨ ਵਾਸਤੇ ਅਸੀਂ ਲੈਸਟਰ ਦੇ ਵੱਖ-ਵੱਖ ਗੁਰਦੁਆਰੇ ਜਾ ਕੇ ਉਹਨਾਂ ਨਾਲ ਗੱਲਬਾਤ ਕਰਾਂਗੇ। ਇੱਕ ਵਾਰੀ ਫੇਰ ਤੋਂ ਗੁਰਦੁਆਰਾ ਗੁਰੂ ਪੰਥ ਪ੍ਰਕਾਸ਼ ਦੀ ਸਾਰੀ ਕਮੇਟੀ, ਉੱਥੇ ਦੀ ਸਾਰੀ ਸੰਗਤ ਨੂੰ ਸਾਡਾ ਗਹਿਰੇ ਦਿਲ ਤੋਂ ਧੰਨਵਾਦ ਹੈ ਜੀ। ਅਤੇ ਆਓ ਅਸੀਂ ਅੰਦਰ ਜਾ ਕੇ ਮੱਥਾ ਟੇਕਦੇ ਹਾਂ ਅਤੇ ਗੱਲਬਾਤ ਕਰਦੇ ਹਾਂ ਇੱਥੇ ਦੀ ਸੰਗਤ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਆਪ ਜੀ ਨੂੰ ਪਤਾ ਹੈ ਕਿ ਜੋ ਆਉਣ ਵਾਲਾ ਹਫ਼ਤਾ ਹੈ ਉਹ ਸ਼ਹੀਦੀ ਹਫ਼ਤਾ ਹੈ, ਜੋ ਕਿ ਸਾਡੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜਿਨ੍ਹਾਂ ਨੂੰ ਸਮਰਪਿਤ ਹੈ, ਉਹਨਾਂ ਨੂੰ ਆਪਾਂ ਹਰ ਸਾਲ ਯਾਦ ਕਰਦੇ ਹਾਂ, ਕਿਉਂਕਿ ਬੜੇ ਹੀ ਮਾਸੂਮ ਜਿੰਦਾਂ ਉਹਨਾਂ ਨੇ ਸਾਡੇ ਸਾਰਿਆਂ ਦੇ ਲਈ ਕੁਰਬਾਨੀ ਦਿੱਤੀ, ਜੋ ਕਿ ਬਹੁਤ ਹੀ ਛੋਟੀ ਉਮਰ ਦੇ ਵਿੱਚ, ਜਿਸ ਤਰ੍ਹਾਂ ਕਿ ਬੱਚਿਆਂ ਨੂੰ ਆਪਾਂ ਆਮ ਉਹਨਾਂ ਦਾ ਪਾਲਣ ਪੋਸ਼ਣ ਕਰਦੇ ਹਾਂ, ਉਸ ਸਮੇਂ ਦੇ ਵਿੱਚ ਉਹਨਾਂ ਨੇ ਸਾਹਿਬਜ਼ਾਦਿਆਂ ਨੇ ਨਿਧੜਕ ਹੋ ਕੇ ਉਸ ਜੋ ਜ਼ਾਲਮ ਸੀ ਉਸ ਦਿਨ ਇਹਨਾਂ ਨੂੰ ਨਾ ਮੰਨਦਿਆਂ ਹੋਇਆਂ ਸ਼ਹਾਦਤ ਦਾ ਜਾਮ ਪੀਤਾ ਸੀ। ਅਤੇ ਨਾਲ ਹੀ ਧੰਨ ਸੀ ਉਹ ਮਾਤਾ ਗੁਜਰ ਕੌਰ ਜਿਨ੍ਹਾਂ ਨੇ ਉਹਨਾਂ ਨੂੰ ਇਹੋ ਜਿਹੀ ਸਿੱਖਿਆ ਦਿੱਤੀ ਸੀ ਕਿ ਜਿਨ੍ਹਾਂ ਨੇ ਕਿ ਆਪਣਾ ਰੋਮ ਕਟਵਾ ਕੇ ਵੀ
ਜੋ ਈਨ ਨਹੀਂ ਮੰਨੀ, ਧਰਮ ਦੀ ਖਾਤਰ ਆਪਣੀ ਕੁਰਬਾਨੀ ਦਿੱਤੀ ਸੀ, ਉਹਨਾਂ ਲਈ ਜੋ ਆਉਣ ਵਾਲਾ ਹਫ਼ਤਾ ਹੈ ਉਹਨਾਂ ਨੂੰ ਆਪਾਂ ਯਾਦ ਕਰਦਿਆਂ ਇਹ ਸਾਰਾ ਹਫ਼ਤਾ ਜੋ ਹੈ ਉਸ ਨੂੰ ਆਪਾਂ ਸ਼ਹੀਦੀ ਦਿਵਸ ਦੇ ਤੌਰ 'ਤੇ ਮਨਾਉਣਾ ਹੈ। ਜਿੱਥੋਂ ਤੱਕ ਕਿ ਖਾਸ ਤੌਰ 'ਤੇ ਆਮ ਤੌਰ 'ਤੇ ਆਪਾਂ ਇੰਡੀਆ ਦੇ ਵਿੱਚ ਵੀ ਇਹ ਕਹਿੰਦੇ ਸਾਂ ਕਿ ਸਾਰਾ ਜੋ ਮਹੀਨਾ ਹੈ ਉਹ ਸ਼ਹੀਦੀਆਂ ਭਰਿਆ ਮਹੀਨਾ ਹੈ, ਉਸ ਨੂੰ ਸਮਰਪਿਤ। ਪਰ ਆਪਾਂ ਬਾਹਰ ਬੈਠੇ ਹੋਏ ਸਾਰਾ ਮਹੀਨਾ ਨਹੀਂ ਮਨਾ ਸਕਦੇ। ਸਾਡਾ ਫਰਜ਼ ਬਣਦਾ ਹੈ ਕਿ ਆਪਾਂ ਜ਼ਰੂਰ ਇੱਕ ਜੋ ਹਫ਼ਤਾ ਹੈ ਉਸ ਨੂੰ ਜ਼ਰੂਰ ਆਪਣਾ ਸਮਾਂ ਕੱਢ ਕੇ, ਕਿਉਂਕਿ ਛੁੱਟੀਆਂ ਦੇ ਦਿਨ ਹੁੰਦੇ ਹਨ, ਅਤੇ ਆਪਾਂ ਜ਼ਰੂਰ ਸ਼ਹੀਦੀ ਦਿਵਸ ਨੂੰ ਬੜੀ ਧੂਮ-ਧਾਮ ਦੇ ਨਾਲ ਮਨਾਈਏ ਅਤੇ ਆਪਣੇ ਬੱਚਿਆਂ ਨੂੰ ਇਹ ਸਿੱਖਿਆ ਦਈਏ। ਅਤੇ ਉਹਨਾਂ ਨੂੰ ਜੇ ਆਪਾਂ ਇਤਿਹਾਸ ਦੇ ਨਾਲ ਜੋੜਾਂਗੇ, ਦੱਸਾਂਗੇ, ਤਾਂ ਹੀ ਉਹਨਾਂ ਨੂੰ ਪਤਾ ਚੱਲੇਗਾ ਕਿ ਜੋ ਸਾਡੇ ਵੱਡੇ ਵਡੇਰੇ ਸਨ ਉਹਨਾਂ ਨੇ ਕਿਹੋ ਜਿਹੀਆਂ ਕੁਰਬਾਨੀਆਂ ਕਰਕੇ ਅੱਜ ਜੋ ਸਿੱਖੀ ਹੈ ਉਹ ਉਹਨਾਂ ਦੀ ਦਿੱਖ ਦੇ ਨਾਲ ਹੀ, ਸਾਰੀ ਉਹਨਾਂ ਦੀਆਂ ਕੁਰਬਾਨੀਆਂ ਦੇ ਨਾਲ ਹੀ ਦਿਖਦੀ ਹੈ। ਅਤੇ ਧੰਨ ਹੈ ਮਾਤਾ ਗੁਜਰ ਕੌਰ ਜਿਨ੍ਹਾਂ ਨੇ ਕਿ ਆਪ ਵੀ ਆਪਾਂ ਵਾਰ ਕੇ ਸਿੱਖ ਪੰਥ ਦੇ ਲਈ, ਚੜ੍ਹਦੀ ਕਲਾ ਦੇ ਲਈ ਆਪਣੀ ਕੁਰਬਾਨੀਆਂ ਦਿੱਤੀਆਂ। ਧੰਨ ਹਨ ਨਾਲ ਹੀ ਉਹ ਮੋਤੀ ਰਾਮ ਜੀ ਮਹਿਰਾ ਜਿਨ੍ਹਾਂ ਨੂੰ ਕਿ ਉਸ ਵੇਲੇ ਬੱਚਿਆਂ ਨੂੰ ਦੁੱਧ ਪਿਲਾਉਣ ਦੀ ਸਜ਼ਾ ਦਿੱਤੀ ਗਈ ਸੀ, ਕਿਉਂਕਿ ਉਹ ਉਸ ਵੇਲੇ ਜੋ ਉਹਨਾਂ ਦੀ ਨੌਕਰੀ ਕਰਦੇ ਸਨ ਉਸ ਵਜ਼ੀਰ ਖਾਨ ਦੇ ਸਰਹੰਦ ਦੇ ਵਿੱਚ, ਕਿ ਜੋ ਨੌਨ ਮੁਸਲਿਮ ਹਨ ਉਹਨਾਂ ਦੀ ਤਹਿਤ ਸੇਵਾ ਦੇ ਲਈ ਜੋ ਕੈਦੀ ਸਨ ਉਹਨਾਂ ਲਈ ਰੱਖੇ ਹੋਏ ਸਨ, ਪਰ ਉਹਨਾਂ ਨੂੰ ਵੀ ਹੁਕਮ ਸੀ ਕਿ ਹਰ ਇੱਕ ਨੂੰ ਨਹੀਂ ਆਪਾਂ ਉਹ ਸੇਵਾ ਕਰਨੀ। ਉਹਨਾਂ ਨੇ ਸਾਹਿਬਜ਼ਾਦਿਆਂ ਨੂੰ ਟੌਰਚਰ ਕਰਨ ਦੇ ਲਈ, ਉਹਨਾਂ ਨੂੰ ਈਨ ਮਨਾਉਣ ਦੇ ਲਈ ਉਸ ਨੂੰ ਸਖਤ ਹੁਕਮ ਦਿੱਤੇ ਸਨ ਕਿ ਤੂੰ ਇਹਨਾਂ ਨੂੰ ਪਾਣੀ ਤੱਕ ਨਹੀਂ ਪਿਲਾਉਣਾ। ਪਰ ਉਸ ਨੇ ਆਪਣਾ ਸਿਰੜ ਪਗਾਇਆ। ਉਸ ਨੇ ਆਪਣੇ ਘਰ ਜਾ ਕੇ ਆਪਣੀ ਘਰਵਾਲੀ ਦੇ ਨਾਲ ਸਲਾਹ ਕਰਕੇ ਜੋ ਉਸ ਦੇ ਗਹਿਣੇ ਤੱਕ ਉਹ ਵੀ ਉਸ ਵੇਲੇ ਦੇ ਜੋ ਜ਼ਾਲਮ ਸਿਪਾਹੀ ਸਨ ਉਹਨਾਂ ਨੂੰ ਦੇ ਕੇ, ਅਤੇ ਉਹਨਾਂ ਨੇ ਦੁੱਧ ਉੱਥੇ ਜਾ ਕੇ ਬੱਚਿਆਂ ਨੂੰ ਪਿਲਾਇਆ ਸੀ। ਜਦੋਂ ਉਹਨਾਂ ਨੂੰ ਜ਼ਾਲਮਾਂ ਨੂੰ ਪਤਾ ਲੱਗਿਆ ਕਿ ਇਸ ਨੇ ਦੁੱਧ ਪਿਲਾਇਆ ਹੈ ਤਾਂ ਉਸ ਦੇ ਸਾਰੇ ਪਰਿਵਾਰ ਨੂੰ ਅਤੇ ਬੱਚਿਆਂ ਨੂੰ ਉਹਨਾਂ ਨੇ ਕੋਹਲੂ ਦੇ ਵਿੱਚ ਪੀੜ ਕੇ ਉਹਨਾਂ ਨੂੰ ਸ਼ਹੀਦ ਕੀਤਾ ਸੀ। ਧੰਨ ਹੈ ਉਹ ਮੋਤੀ ਰਾਮ ਮਹਿਰਾ। ਆਪਾਂ ਉਹਨਾਂ ਦਾ ਵੀ ਦਿਨ ਜ਼ਰੂਰ ਨਾਲ ਮਨਾਉਣਾ ਹੈ। ਨਾਲ ਹੀ ਧੰਨ ਹੈ ਉਹ ਟੋਡਰ ਮੱਲ ਜਿਨ੍ਹਾਂ ਨੇ ਕਿ ਆਪਣੀ ਸਾਰੀ ਧਨ ਦੌਲਤ ਜਾਇਦਾਦ ਨੂੰ ਦਾਅ 'ਤੇ ਲਾ ਕੇ ਬੱਚਿਆਂ ਦੇ ਲਈ ਜੋ ਉਸ ਵੇਲੇ ਉਹ ਉਹਨਾਂ ਨੂੰ ਉਹਨਾਂ ਦਾ ਜੋ ਸੰਸਕਾਰ ਸੀ ਉਸ ਨੂੰ ਕਰਨ ਦੇ ਲਈ ਜ਼ਮੀਨ ਜਿਹੜੀ ਉਹ ਮੁੱਲ ਲੈ ਕੇ ਸੋਨੇ ਦੀਆਂ ਮੋਹਰਾਂ ਵਿਛਾ ਕੇ ਮੁੱਲ ਲਈ ਸੀ। ਧੰਨ ਹਨ ਉਹ ਇਹੋ ਜਿਹੇ ਜੋ ਉਹਨਾਂ ਦੀ ਖਾਤਰ, ਸਾਹਿਬਜ਼ਾਦਿਆਂ ਦੀ ਖਾਤਰ ਨਾਲ ਹੀ ਆਪ ਵੀ ਕੁਰਬਾਨੀਆਂ ਕੀਤੀਆਂ। ਸਾਰਾ ਹਫ਼ਤਾ ਆਪਾਂ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਸ਼ਹੀਦੀ ਦਿਵਸ ਮਨਾਉਣਾ ਹੈ। ਅਤੇ ਨਾਲ ਹੀ ਮੈਂ ਧੰਨਵਾਦ ਕਰਦਾ ਹਾਂ ਕਿ ਜੋ ਸਾਡੇ ਵੀਰ ਜੋ ਪੰਥ ਪ੍ਰਕਾਸ਼ ਗੁਰੂ ਘਰ ਲੈਸਟਰ ਦੇ, ਉਹਨਾਂ ਨੇ ਬਹੁਤ ਹੀ ਵੱਡਾ ਉਪਰਾਲਾ ਕੀਤਾ ਹੈ ਕਿ ਉਹਨਾਂ ਨੇ ਜੋ ਸ਼ਹੀਦੀ ਸਮਾਗਮ ਉੱਚ ਪੱਧਰ ਦੇ ਉੱਤੇ ਮਨਾਉਣ ਦੇ ਲਈ ਜੋ ਕਿ 26 ਤਰੀਕ ਸ਼ਾਮ ਨੂੰ ਭੋਗ ਪੈਣੇ ਹਨ, ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਜ਼ਰੂਰ ਵੱਧ ਤੋਂ ਵੱਧ ਉੱਥੇ ਹਮਾ ਕੇ ਪਹੁੰਚੋ। ਇਸੇ ਤਰ੍ਹਾਂ ਹੀ ਗੁਰੂ ਅਮਰਦਾਸ ਗੁਰਦੁਆਰਾ ਲੈਸਟਰ ਦੇ ਵਿੱਚ ਵੀ ਜੋ 24, 25, 26 ਨੂੰ 24 ਤਰੀਕ ਨੂੰ ਆਪਾਂ ਅਖੰਡ ਪਾਠ ਸਾਹਿਬ ਆਰੰਭ ਕਰਨੇ ਹਨ, ਜਿਨ੍ਹਾਂ ਦੇ ਭੋਗ 26 ਤਰੀਕ ਨੂੰ 11 ਵਜੇ ਪਾਏ ਜਾਣੇ ਹਨ। ਅਤੇ ਉਹ ਵੀ ਸਾਹਿਬਜ਼ਾਦਿਆਂ ਅਤੇ ਮੋਤੀ ਰਾਮ ਮਹਿਰਾ ਅਤੇ ਬਾਬਾ ਟੋਡਰ ਮੱਲ ਹੁਣਾਂ ਨੂੰ ਸਮਰਪਿਤ ਸ਼ਹੀਦੀ ਸਮਾਗਮ ਹੋ ਰਿਹਾ ਹੈ। ਸਾਰੀਆਂ ਸੰਗਤਾਂ ਦੇ ਚਰਨਾਂ 'ਚ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਜ਼ਰੂਰ ਹਮਾ ਕੇ ਪਹੁੰਚਣ। ਅਤੇ ਜੋ ਵੀ ਇਹ ਸਾਹਿਬਜ਼ਾਦਿਆਂ ਦਾ ਪੈਗਾਮ ਹੈ ਉਹ ਸਾਰੀਆਂ ਸੰਗਤਾਂ ਦਾ ਇਹ ਫਰਜ਼ ਬਣਦਾ ਹੈ ਕਿ ਆਪਾਂ ਘਰ ਘਰ ਪਹੁੰਚਾਈਏ। ਨਾਲ ਹੀ ਵੱਧ ਤੋਂ ਵੱਧ ਹਰ ਇੱਕ ਇਹ ਪ੍ਰਾਣੀ ਨੂੰ ਬੇਨਤੀ ਹੈ ਕਿ ਆਪਾਂ ਵੱਧ ਤੋਂ ਵੱਧ ਆਪਣੇ 10 ਤੋਂ 12 ਬੰਦਿਆਂ ਤੱਕ ਹਰ ਇੱਕ ਨੂੰ ਇਹ ਪੈਗਾਮ ਪਹੁੰਚਾਈਏ, ਉਹਨਾਂ ਸਾਹਿਬਜ਼ਾਦਿਆਂ ਦਾ ਸ਼ਹੀਦੀ ਇਤਿਹਾਸ ਦਰਸਾਈਏ। ਨਾਲ ਹੀ ਉਹਨਾਂ ਨੂੰ ਬੇਨਤੀ ਕਰੀਏ ਕਿ ਹੋਰ ਵੀ ਉਹ ਅੱਗੇ ਤੋਂ ਅੱਗੇ ਇਹ ਪੈਗਾਮ ਪਹੁੰਚਾ ਕੇ, ਤਾਂ ਕਿ ਸਾਰੀ ਦੁਨੀਆ ਤੱਕ ਪਤਾ ਚੱਲ ਜਾਵੇ ਕਿ ਜੋ ਸ਼ਹੀਦਾਂ ਨੂੰ ਵਿਸਰਦੇ ਜਾਂਦੇ ਹਾਂ ਉਹਨਾਂ ਨੂੰ ਜੀਵਤ ਰੱਖਣ ਦੇ ਲਈ ਸਦਾ ਹੀ ਉਹਨਾਂ ਦੀਆਂ ਯਾਦਾਂ ਨੂੰ ਮਨਾਉਂਦੇ ਅਤੇ ਤਾਜ਼ਾ ਕਰਦੇ ਰਹੀਏ। ਨਾਲ ਹੀ ਨਾਲ ਇੱਕ ਜ਼ਰੂਰੀ ਬੇਨਤੀ ਹੈ ਕਿ ਜੋ ਕੋਵਿਡ-19 ਦੀ ਬਿਮਾਰੀ ਹੈ, ਬੜੀ ਭਿਆਨਕ ਬਿਮਾਰੀ ਹੈ, ਇਸ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਜੋ ਸਾਨੂੰ ਸਰਕਾਰ ਦੇ ਵੱਲੋਂ ਹਦਾਇਤਾਂ ਹਨ, ਮਾਸਕ ਪਾਉਣਾ ਹੈ, ਆਪਾਂ ਸੈਨੀਟਾਈਜ਼ਰ ਯੂਜ਼ ਕਰਨਾ ਹੈ, ਨਾਲ ਹੀ ਡਿਸਟੈਂਸ ਬਣਾ ਕੇ ਜ਼ਰੂਰ ਰੱਖਣਾ ਹੈ। ਉਹ ਜੋ ਹਦਾਇਤਾਂ ਹਨ ਸਰਕਾਰ ਦੀਆਂ ਉਸ ਨੂੰ ਮੱਦੇਨਜ਼ਰ ਰੱਖਦਿਆਂ ਜ਼ਰੂਰ ਆਪਾਂ ਸਾਰੇ ਸਮਾਗਮਾਂ ਦੇ ਵਿੱਚ ਸ਼ਿਰਕਤ ਕਰਨੀ ਹੈ। ਸੋ ਇਸ ਗੱਲ ਨੂੰ ਆਪਾਂ ਜ਼ਰੂਰ ਧਿਆਨ ਦੇ ਨਾਲ ਰੱਖ ਕੇ ਹਾਰੀਆਂ ਭਾਨੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਗੁਰਜੀਤ ਸਿੰਘ ਸਮਰਾ, ਗੁਰਦੁਆਰਾ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਓਡਬੀ ਲੈਸਟਰ, ਅਤੇ ਸਾਡੇ ਨਾਲ ਗੁਰੂ ਪੰਥ ਪ੍ਰਕਾਸ਼ ਗੁਰੂ ਸਾਹਿਬ ਦੇ ਨੁਮਾਇੰਦੇ ਸਾਰੇ ਮੌਜੂਦ ਹਨ। ਔਰ ਅਸੀਂ ਸਾਰੀਆਂ ਸੰਗਤਾਂ ਨੂੰ, ਇੰਗਲੈਂਡ ਦੀਆਂ ਸੰਗਤਾਂ ਨੂੰ ਇਹ ਯਾਦ ਕਰਾਉਣਾ ਚਾਹੁੰਦੇ ਹਾਂ ਕਿ ਇਹ ਜੋ ਹਫ਼ਤਾ ਹੈ
ਇਹ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ, ਚਮਕੌਰ ਦੀ ਗੜੀ ਦਾ ਸਾਕਾ ਜੋ ਹੈ ਆਪਾਂ ਨੂੰ ਸਾਰਿਆਂ ਨੂੰ ਚੇਤਾ ਰੱਖਣਾ ਚਾਹੀਦਾ ਕਿ ਕਿਸ ਤਰ੍ਹਾਂ ਦੋ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਏ ਸਨ ਅਤੇ ਇਹਨਾਂ ਨੇ ਠੰਡ ਦੇ ਦਿਨਾਂ ਵਿੱਚ ਦੋ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਕਿਸ ਤਰ੍ਹਾਂ ਠੰਡੇ ਬੁਰਜ ਵਿੱਚ ਰੱਖਿਆ ਗਿਆ ਸੀ ਔਰ ਨੀਹਾਂ ਵਿੱਚ ਚਿਣਿਆ ਗਿਆ ਸੀ। ਆਪਣਾ ਸਾਰਿਆਂ ਦਾ ਫਰਜ਼ ਬਣਦਾ ਕਿ ਆਪਾਂ ਹਰ ਘਰ ਵਿੱਚ ਹਰ ਬੱਚੇ ਨੂੰ ਆਪਾਂ ਦੱਸੀਏ ਕਿ ਕਿਸ ਤਰ੍ਹਾਂ ਉਹਨਾਂ ਬੱਚਿਆਂ 'ਤੇ ਤਸ਼ੱਦਦ ਹੋਇਆ ਸੀ, ਕਿਸ ਤਰ੍ਹਾਂ ਇਹਨਾਂ ਠੰਡੀਆਂ ਰਾਤਾਂ ਵਿੱਚ ਠੰਡੇ ਬੁਰਜ ਵਿੱਚ ਹੋ ਰਹੇ ਸੀ। ਜਿਸ ਵੇਲੇ ਆਪਾਂ ਹੀਟਿੰਗ ਲਾ ਕੇ ਬੈਠੇ ਹਾਂ, ਰਜਾਈਆਂ ਵਿੱਚ ਬੈਠੇ ਹਾਂ, ਪੂਰੇ ਨਿੱਘ ਵਿੱਚ ਬੈਠੇ ਹਾਂ, ਆਪਾਂ ਜ਼ਰੂਰ ਉਹਨਾਂ ਨੂੰ ਯਾਦ ਕਰੀਏ, ਉਹਨਾਂ ਦੀ ਸ਼ਹੀਦੀ ਨੂੰ ਯਾਦ ਕਰੀਏ ਅਤੇ ਵੱਧ ਤੋਂ ਵੱਧ ਦੁਨੀਆ ਵਿੱਚ ਸੁਨੇਹਾ ਪਹੁੰਚਾਈਏ ਕਿ ਉਹ ਛੋਟੀਆਂ ਛੋਟੀਆਂ ਜਿੰਦਾਂ ਵੱਡੇ ਸਾਕੇ ਸਾਹਿਬਜ਼ਾਦਿਆਂ ਦੀ ਜੋ ਸ਼ਹੀਦੀ ਹੈ ਇੱਕ ਦੁਨੀਆ ਵਿੱਚ ਬੇਮਿਸਾਲ ਸ਼ਹੀਦੀ ਹੈ ਅਤੇ ਆਪਾਂ ਨੂੰ ਵੱਧ ਤੋਂ ਵੱਧ ਇਸ ਦਾ ਪ੍ਰਚਾਰ ਕਰਨਾ ਚਾਹੀਦਾ। ਸੋ ਲੈਸਟਰ ਵਿੱਚ 26, 27, 28 ਅਤੇ 29 ਤਰੀਕ ਨੂੰ ਇਹਨਾਂ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਅਤੇ ਮਾਤਾ ਗੁਜਰ ਕੌਰ ਦੀ ਅਤੇ ਮੋਤੀ ਮਹਿਰਾ ਜਿਨ੍ਹਾਂ ਨੇ ਬੱਚਿਆਂ ਨੂੰ ਦੁੱਧ ਪਿਲਾਏ ਸੀ ਇੰਨੀ ਠੰਡ ਵਿੱਚ, ਜਿਹਦਾ ਸਾਰਾ ਪਰਿਵਾਰ ਕੋਹਲੂ ਵਿੱਚ ਭੇਜ ਦਿੱਤਾ ਗਿਆ ਸੀ, ਉਹਨਾਂ ਦੀ ਯਾਦ ਵਿੱਚ ਆਪਾਂ 26 ਤਰੀਕ ਨੂੰ ਗੁਰੂ ਘਰ ਵਿਖੇ ਸਾਰਾ ਦਿਨ ਪ੍ਰੋਗਰਾਮ ਹੋਣਾ ਹੈ। 27 ਤਰੀਕ ਨੂੰ ਅਖੰਡ ਪਾਠ ਸਾਹਿਬ, 28, 29 ਨੂੰ ਉਹਨਾਂ ਦੇ ਭੋਗ, 29 ਤਰੀਕ ਨੂੰ ਭੋਗ ਪੈਣਗੇ। ਸੋ ਸਾਧ ਸੰਗਤ ਜੀ, ਜਿੱਥੇ ਆਪਾਂ ਇਕੱਠੇ ਹੋਣਾ ਹੈ ਆਪਾਂ ਨੂੰ ਇੰਗਲੈਂਡ ਦੀਆਂ ਹਾਲਾਤਾਂ ਦਾ ਵੀ ਜ਼ਰੂਰ ਮੁਆਵਜ਼ਾ ਖਿਆਲ ਵਿੱਚ ਰੱਖਣਾ ਚਾਹੀਦਾ ਕਿ ਕਿਸ ਤਰ੍ਹਾਂ ਇਹਨਾਂ ਦਿਨਾਂ ਵਿੱਚ ਜੋ ਕਰੋਨਾ ਹੈ ਬਹੁਤ ਜਲਦੀ ਫੈਲ ਰਿਹਾ ਹੈ। ਸੋ ਜੋ ਗੌਰਮੈਂਟ ਦੀਆਂ ਗਾਈਡਲਾਈਨਾਂ ਹਨ ਕਿ ਕੋਸ਼ਿਸ਼ ਕਰੋ ਮਾਸਕ ਪਾਓ ਅਤੇ ਜੋ ਗੁਰੂ ਘਰ ਆਉਂਦੇ ਹੋ ਜੋ ਸੈਨੀਟਾਈਜ਼ਰ ਹੈ ਉਹ ਵਰਤੋ ਅਤੇ ਨਾਲ ਹੀ ਆਪਣੀ ਮਾਸਕ ਪਹਿਨਣ ਦੇ ਨਾਲ ਡਿਸਟੈਂਸ ਜ਼ਰੂਰ ਰੱਖੋ। ਆਪਣੀ ਸੇਫਟੀ ਬਹੁਤ ਜ਼ਰੂਰੀ ਹੈ। ਅਸੀਂ ਤੁਹਾਨੂੰ ਇਸ ਪ੍ਰੋਗਰਾਮ ਤੋਂ ਬਾਅਦ ਵੀ ਅਸੀਂ ਤੁਹਾਨੂੰ ਦੇਖਣਾ ਚਾਹੁੰਦੇ ਹਾਂ। ਸੋ ਆਪੋ ਆਪਣਾ ਖਿਆਲ ਰੱਖੋ ਅਤੇ ਆਪਣੇ ਨਾਲ ਹੀ ਬਾਕੀ ਸਾਰੀਆਂ ਸੰਗਤਾਂ ਦਾ ਖਿਆਲ ਰੱਖੋ, ਇਹ ਬਹੁਤ ਜ਼ਰੂਰੀ ਹੈ। ਸਾਧ ਸੰਗਤ ਜੀ, ਇਸੇ ਨਾਲ ਹੀ ਬੇਨਤੀ ਹੈ ਕਿ ਜਿਸ ਤਰ੍ਹਾਂ ਆਪ ਨੂੰ ਪਤਾ ਹੈ ਕਿ ਪੋਹ ਦੀਆਂ ਠੰਡੀਆਂ ਰਾਤਾਂ ਨੂੰ ਸਾਹਿਬਜ਼ਾਦਿਆਂ ਨੇ ਕਿਸ ਤਰ੍ਹਾਂ ਠੰਡੇ ਬੁਰਜ ਵਿੱਚ ਉਹਨਾਂ ਦੀ ਯਾਦਾਂ ਨੂੰ ਤਾਜ਼ਾ ਕਰਨ ਲਈ ਕਈ ਗੁਰੂ ਘਰਾਂ ਵਿਖੇ ਬਾਹਰ ਟੈਂਟ ਲਗਾਏ ਗਏ ਹਨ ਤਾਂ ਕਿ ਆਪਾਂ ਨੂੰ ਵੀ ਪਤਾ ਲੱਗ ਸਕੇ ਕਿ ਉਹ ਸਾਹਿਬਜ਼ਾਦਿਆਂ ਨੂੰ ਕਿੰਨੀ ਠੰਡ ਵਿੱਚ ਠੰਡੇ ਬੁਰਜ ਵਿੱਚ ਸੌਣਾ ਪਿਆ ਸੀਗਾ। ਸੋ ਇਹ ਜ਼ਰੂਰ ਬੇਨਤੀ ਹੈ, ਜਿੱਥੇ ਜਿੱਥੇ ਵੀ ਗੁਰੂ ਘਰ ਵਿੱਚ ਪ੍ਰੋਗਰਾਮ ਹੈ ਤੁਹਾਡੇ ਲੋਕਲ ਗੁਰੂ ਘਰਾਂ ਵਿੱਚ, ਉੱਥੇ ਜ਼ਰੂਰ ਪਹੁੰਚੋ। ਜੋ ਲੈਸਟਰ ਸ਼ਾਹ ਦਾ ਪ੍ਰੋਗਰਾਮ ਹੈ ਉਹ ਗੁਰਦੁਆਰਾ ਪੰਥ ਪ੍ਰਕਾਸ਼ ਵੈਲਫੇਅਰ ਰੋਡ ਵਿਖੇ ਹੋ ਰਿਹਾ ਹੈ। ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਆਪੋ ਆਪਣੇ ਲੋਕਲ ਗੁਰੂ ਘਰਾਂ ਵਿੱਚ ਪਹੁੰਚ ਕੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਜ਼ਰੂਰ ਯਾਦ ਕਰੋ, ਉਹਨਾਂ ਨੂੰ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਜਗਤ ਦੇ ਵਿੱਚ ਵਸ ਰਹੇ ਸਮੂਹ ਮਾਈ ਭਾਈ ਗੁਰਸਿੱਖਾਂ ਨੂੰ ਨਿਮਰਤਾ ਸਹਿਤ ਸਤਿਕਾਰ ਸਹਿਤ ਬੇਨਤੀ ਹੈ ਭਾਈ, ਜੋ ਸਾਲਾਨਾ ਦੀ ਤਰ੍ਹਾਂ ਨਿੱਕੀਆਂ ਜਿੰਦਾਂ ਵੱਡੇ ਸਾਕੇ ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ ਥਾਵਾਂ ਥਾਵਾਂ 'ਤੇ ਸਾਰੇ ਹੀ ਜਗਤ ਦੇ ਵਿੱਚ, ਸਾਰੇ ਵਰਲਡ ਦੇ ਵਿੱਚ ਗੁਰਦੁਆਰਾ ਸਾਹਿਬਾਂ ਵਿਖੇ ਧਾਰਮਿਕ ਦੀਵਾਨ ਲੱਗ ਰਹੇ ਹਨ। ਸੋ ਬੇਨਤੀ ਕਰ ਰਹੇ ਹਾਂ, ਜਿੱਥੇ ਜਿੱਥੇ ਵੀ ਗੁਰਸਿੱਖ ਵਸ ਰਹੇ ਨੇ, ਗੁਰੂ ਘਰਾਂ ਦੇ ਅੰਦਰ ਜੋ ਦੀਵਾਨ ਚੱਲ ਰਹੇ ਨੇ ਉਹਨਾਂ ਵਿੱਚ ਹਾਜ਼ਰੀਆਂ ਭਰੋ। ਜਿਹੜੇ ਵੀਰ ਇਹ ਧਾਰਮਿਕ ਪ੍ਰੋਗਰਾਮ ਕਰਾ ਰਹੇ ਨੇ, ਬਹੁਤ ਹੀ ਸ਼ਲਾਘਾ ਦੇ ਯੋਗ ਕਦਮ ਉਹਨਾਂ ਚੁੱਕਿਆ ਹੈ, ਉਹਨਾਂ ਦਾ ਸਾਥ ਵੀ ਦਿਓ। ਦੂਜੀ ਬੇਨਤੀ ਹੈ ਸਾਧ ਸੰਗਤ ਜੀ, ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੇਨਤੀ ਕੀਤੀ ਸੀ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋਂ ਕਿਆ ਭਇਆ ਜੀਵਤ ਕਈ ਹਜ਼ਾਰ। ਸਾਨੂੰ ਸਾਰਿਆਂ ਹੀ ਗੁਰੂ ਨਾਨਕ ਲੇਵਾ ਸਿੱਖਾਂ ਨੂੰ ਚਾਹੀਦਾ ਹੈ ਵੱਧ ਤੋਂ ਵੱਧ ਬਾਣੀ ਪੜ੍ਹ ਕੇ ਸਿਮਰਨ ਕਰਕੇ ਜੋ ਇਹ ਹਫ਼ਤਾ ਸ਼ਹੀਦਾਂ ਦੀ ਯਾਦ ਵਿੱਚ ਮਨਾਇਆ ਜਾਵੇ। ਜਿਨ੍ਹਾਂ ਗੁਰਸਿੱਖਾਂ ਨੇ ਹਜੇ ਬਾਣੀ ਪੜ੍ਹਨੀ ਸਿਮਰਨ ਕਰਨਾ ਨਹੀਂ ਸ਼ੁਰੂ ਕੀਤਾ, ਉਹ ਆਪਣੀ ਜ਼ਿੰਦਗੀ ਵਿੱਚ ਬਦਲਾਅ ਲਿਆਉਣ ਮੂਲ ਮੰਤਰ ਦੁਆਰਾ, ਗੁਰ ਮੰਤਰ ਦੁਆਰਾ, ਗੁਰਬਾਣੀ ਦੇ ਸਹਿਜ ਪਾਠ ਦੁਆਰਾ, ਜਾਂ ਜਿਨ੍ਹਾਂ ਨੇ ਹਜੇ ਕੇਸ ਨਹੀਂ ਰੱਖੇ ਜਾਂ ਜਿਨ੍ਹਾਂ ਨੇ ਹਜੇ ਅੰਮ੍ਰਿਤਪਾਨ ਨਹੀਂ ਕੀਤਾ, ਉਹ ਇਸ ਸ਼ਹੀਦਾਂਮਈ ਇਤਿਹਾਸ ਦੇ ਵਿੱਚ ਨੂੰ ਪੜ੍ਹਦਿਆਂ ਹੋਇਆਂ ਇਹ ਜ਼ਰੂਰ ਚੇਤਾ ਰੱਖਣ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਹੈ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਹ ਤੋਂ ਕਿਆ ਪਿਆ ਜੀਵਤ ਕਈ ਹਜ਼ਾਰ। ਸਾਰੇ ਗੁਰਸਿੱਖਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ। ਲਸਟਰ ਦੇ ਅੰਦਰ ਵੀ ਜੋ ਬਹੁਤ ਵੱਡੇ ਉਦਮ ਦਾ ਸਦਕਾ ਗੁਰਦੁਆਰਾ ਪੰਥ ਪ੍ਰਕਾਸ਼ ਵਿਖੇ 26 ਤਰੀਕ ਨੂੰ ਮਹਾਨ ਸਮਾਗਮ ਮਨਾਇਆ ਜਾ ਰਿਹਾ ਹੈ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਹੁਮ ਆ ਕੇ ਪਹੁੰਚ ਕਰਕੇ ਪਿਆਰ ਸਤਿਕਾਰ ਦੇ ਨਾਲ ਗੁਰੂ ਗੁਰਬਾਣੀ ਦੇ ਨਾਲ ਜੁੜ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਲਗੀਧਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ।
ਦਾਸ ਸੁਖਚੈਨ ਸਿੰਘ, ਗੁਰਦੁਆਰਾ ਜਿਪਸੀ ਲੈਨ ਦਸ਼ਮੇਸ਼ ਸਾਹਿਬ ਲੈਸਟਰ, ਸਮੁੱਚੀ ਕਮੇਟੀ ਪ੍ਰਬੰਧਕ ਜਨ, ਦਾਸ ਸੇਵਾਦਾਰ ਭਾਈ ਜਰਨੈਲ ਸਿੰਘ ਜੀ ਰਾਣਾ, ਸਮੁੱਚੀਆਂ ਹੀ ਸੰਗਤਾਂ ਨੂੰ ਬੇਨਤੀ ਹੈ ਜੋ ਇਹ ਸਾਲਾਨਾ ਦੀ ਤਰ੍ਹਾਂ ਨਿੱਕੀਆਂ ਜਿੰਦਾਂ ਵੱਡੇ ਸਾਕੇ ਮਾਤਾ ਗੁਜਰ ਕੌਰ ਜੀ ਠੰਡੇ ਬੁਰਜ ਨੂੰ ਯਾਦ ਕਰਦਿਆਂ ਸਮੁੱਚੇ ਹੀ ਸੰਸਾਰ ਨੂੰ, ਜਗਤ ਨੂੰ ਇਹ ਬੇਨਤੀ ਹੈ ਪਿਆਰ ਸਤਿਕਾਰ ਦੇ ਨਾਲ ਗੁਰੂ ਚਰਨਾਂ ਅੰਦਰ ਜੁੜ ਕਰਕੇ ਇਸ ਸ਼ਹੀਦੀ ਸਮਾਗਮ ਨੂੰ ਮਨਾਈਏ। ਵੱਧ ਤੋਂ ਵੱਧ ਖੁਸ਼ੀਆਂ ਨੂੰ ਰੋ ਕਰਕੇ ਗੁਰੂ ਗਰੀਬ ਨਵਾਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪੁੱਤਰਾਂ ਦੇ ਦਾਨੀ ਅਤੇ ਮਾਤਾ ਗੁਜਰ ਕੌਰ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਨੂੰ ਯਾਦ ਕਰਕੇ ਆਪਣੇ ਬਜ਼ੁਰਗਾਂ ਨੂੰ ਨਾਲ ਲੈ ਕੇ, ਆਪਣੇ ਧੀਆਂ ਪੁੱਤਰਾਂ ਨੂੰ ਨਾਲ ਲੈ ਕੇ, ਸਮੁੱਚੇ ਹੀ ਜਗਤ ਨੂੰ ਨਾਲ ਲੈ ਕੇ ਗੁਰੂ ਗੋਦ ਅੰਦਰ ਠੰਡੇ ਬੁਰਜ ਅੰਦਰ ਬੈਠ ਕਰਕੇ ਪਿਆਰ ਭਰੀ ਸ਼ਰਧਾਂਜਲੀ ਦੇ ਨਾਲ ਗੁਰੂ ਸਾਹਿਬ ਨੂੰ ਯਾਦ ਕਰਨੇ ਇਸ ਦਿਨ ਨੂੰ ਮਨਾਉਣ ਦੀ ਕਿਰਪਾਲਤਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਹਰੀਸਨ ਰੋਡ ਲੈਸਟਰ ਤੋਂ ਬੋਲ ਰਿਹਾ ਸੰਸਾਰ ਸਿੰਘ। ਸੋ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਧੰਨ ਧੰਨ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਚਾਰੇ ਸਾਹਿਬਜ਼ਾਦੇ ਔਰ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ, ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਜੋ ਸਾਧ ਸੰਗਤ ਜੀ ਆ ਰਿਹਾ ਹੈ, ਜਿਸ ਨੂੰ ਮਨਾਉਣ ਵਾਸਤੇ ਸਮੂਹ ਸੰਗਤਾਂ ਨੇ ਵੱਖਰੇ ਵੱਖਰੇ ਅੰਦਾਜ਼ ਵਿੱਚ ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ। ਜਿੱਥੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਅੱਖਾਂ ਦੇ ਸਾਹਮਣੇ ਚਮਕੌਰ ਸਾਹਿਬ ਦੀ ਧਰਤੀ 'ਤੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਸ਼ਹੀਦ ਹੁੰਦੇ ਹਨ, ਔਰ ਉਹਨਾਂ ਦੇ ਛੋਟੇ ਸਾਹਿਬਜ਼ਾਦੇ ਸਰਹੰਦ ਦੀਆਂ ਨੀਹਾਂ ਦੇ ਵਿੱਚ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਅਤੇ ਸਤਿਕਾਰਯੋਗ ਮਾਤਾ ਗੁਜਰੀ ਜੀ ਸ਼ਹੀਦ ਹੁੰਦੇ ਹਨ। ਔਰ ਉਹਨਾਂ ਮਹਾਨ ਸ਼ਹੀਦਾਂ ਨੂੰ ਜਿਸ ਕਲਗੀਧਰ ਪਾਤਸ਼ਾਹ ਜੀ ਨੇ ਆਪਣਾ ਸਾਰਾ ਸਰਬੰਸ ਵਾਰ ਕੇ ਸਾਨੂੰ ਇਹ ਮਾਣ ਬਖਸ਼ਿਸ਼ ਕੀਤਾ ਹੈ, ਔਰ ਸਾਨੂੰ ਸਰਦਾਰੀਆਂ ਬਖਸ਼ ਕੀਤੀਆਂ ਹੈ, ਔਰ ਸਾਨੂੰ ਸਿੱਖੀ ਬਖਸ਼ਿਸ਼ ਕੀਤੀ ਹੈ। ਅੱਜ ਸਾਡਾ ਫਰਜ਼ ਹੈ ਕਿ ਅੱਜ ਉਸ ਮਹਾਨ ਰਹਿਬਰ ਦੇ ਇਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰੀਏ। ਔਰ ਕੈਸਾ ਉਹ ਦ੍ਰਿਸ਼ ਸੀਗਾ ਜੋ ਬਾਦਸ਼ਾਹ ਦੇ ਹੁਕਮ ਦੇ ਨਾਲ ਠੰਡੇ ਬੁਰਜ ਦੇ ਵਿੱਚ ਮਾਤਾ ਗੁਜਰੀ ਜੀ ਔਰ ਉਹਨਾਂ ਦੇ ਛੋਟੇ ਛੋਟੇ ਲਾਲ ਪੋਤਰੇ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਠੰਡੇ ਬੁਰਜ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ। ਔਰ ਉਸੇ ਦ੍ਰਿਸ਼ ਨੂੰ ਦਰਸਾਉਂਦਾ ਹੋਇਆ ਇਹ ਸੀਨ ਜਿਹੜਾ ਹੈ ਇੰਗਲੈਂਡ ਦੀਆਂ ਧਰਤੀ 'ਤੇ ਵੱਖਰੇ ਵੱਖਰੇ ਗੁਰੂ ਘਰਾਂ ਦੇ ਵਿੱਚ, ਜੋ 26 ਦਸੰਬਰ ਨੂੰ ਜਿਸ ਤਰ੍ਹਾਂ ਲੈਸਟਰ ਦੇ ਵਿੱਚ ਗੁਰਦੁਆਰਾ ਪੰਥ ਪ੍ਰਕਾਸ਼ ਹੈ, ਔਰ ਉਸ ਸਥਾਨ ਦੇ ਉੱਤੇ 26 ਦਸੰਬਰ ਨੂੰ ਰਾਤ ਜਿਹੜੀ ਹੈ ਔਰ ਉਹ ਵਾਰ ਠੰਡ ਦੇ ਮੌਸਮ ਦੇ ਵਿੱਚ ਔਰ ਉਹ ਕੱਟੀ ਜਾ ਰਹੀ ਹੈ। ਸਮੂਹ ਸੰਗਤਾਂ ਨੂੰ ਇਹ ਬੇਨਤੀ ਕੀਤੀ ਜਾ ਰਹੀ ਹੈ ਪ੍ਰਬੰਧਕਾਂ ਵੱਲੋਂ ਕਿ ਹਮਾ ਕੇ ਪਹੁੰਚ ਕੇ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰੀਏ। ਆਪਾਂ ਇਹ ਨਾ ਵਿਸਰ ਜਾਈਏ ਕਿਉਂਕਿ ਅਸੀਂ ਐਡੇ ਇੰਗਲੈਂਡ ਦੀ ਧਰਤੀ 'ਤੇ ਬੈਠੇ ਹਾਂ ਔਰ ਸਾਡੇ ਕੋਲ ਕਿੰਨੀਆਂ ਸਹੂਲਤਾਂ, ਕਿੰਨੇ ਮਕਾਨ ਆਲੀਸ਼ਾਨ, ਔਰ ਸਾਧ ਸੰਗਤ ਜੀ ਠੰਡ ਦਾ ਪ੍ਰਬੰਧ ਹੈ। ਔਰ ਉਸ ਸਮੇਂ ਕੋਈ ਪ੍ਰਬੰਧ ਨਹੀਂ ਸੀ, ਔਰ ਜਿੱਥੇ ਸਾਹਿਬਜ਼ਾਦਿਆਂ ਨੂੰ ਰੱਖਿਆ ਹੈ, ਔਰ ਉਸ ਸਮੇਂ ਉਹ ਬਾਦਸ਼ਾਹ ਜਿੱਥੇ ਬਹਿੰਦਾ ਹੁੰਦਾ ਸੀ ਗਰਮੀਆਂ ਦੇ ਮੌਸਮ ਦੇ ਵਿੱਚ, ਔਰ ਗਰਮੀਆਂ ਦੇ ਵਿੱਚ ਉੱਥੇ ਇੰਨੀ ਠੰਡ ਹੁੰਦੀ ਸੀ ਤਾਂ ਕਿ ਬਾਦਸ਼ਾਹ ਨੂੰ ਗਰਮੀ ਨਾ ਲੱਗੇ। ਔਰ ਅੱਜ ਉਹ ਸਿਆਲਾਂ ਦਾ ਮਹੀਨਾ, ਪੋਹ ਦੀਆਂ ਰਾਤਾਂ, ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਉੱਥੇ ਸਾਧ ਸੰਗਤ ਜੀ ਰਹੇ ਹਨ। ਔਰ ਧੰਨ ਹੈ ਉਹ ਗੁਰਸਿੱਖ ਮੋਤੀ ਮਹਿਰਾ ਜੀ ਜਿਨ੍ਹਾਂ ਨੇ ਸੇਵਾ ਕੀਤੀ ਉਹਨਾਂ ਦੀ। ਸੋ ਸਾਧ ਸੰਗਤ ਜੀਓ, ਇਹ ਦਾਸ ਦੀ ਬੇਨਤੀ ਹੈ ਕਿ ਉਹਨਾਂ ਦਾ ਜੋ ਸਤਿਗੁਰੂ ਮਹਾਰਾਜ ਜੀ ਦਾ ਫਰਮਾਨ ਹੈ, कबीर मोहे मरने का चाव है, मरो तो हर के द्वार, माता हर पूछे कौन है परा हमारे वार। सूरा सो पहचानिए जो लरे दीन के हेत, पुरजा पुरजा कट मरे कबू ना छाड़े खेत। कलगीधर पातशाह श्री गुरु गोबिंद ਸਿੰਘ ਮਹਾਰਾਜ ਜੀ ਚਮਕੌਰ ਦੀ ਗੜੀ ਦੇ ਉੱਤੇ ਤੱਕਦੇ ਹਨ ਕਿ ਜਦੋਂ ਉਹਨਾਂ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਸਾਧ ਸੰਗਤ ਜੀ, ਇੱਕ ਫੱਟ ਨਹੀਂ
ਦੋ ਨੇ, ਸੈਂਕੜਿਆਂ ਦੀ ਤਾਦਾਦ ਨਾਲ ਉਹਨਾਂ ਦੇ ਸਰੀਰ ਦੇ ਉੱਤੇ ਫੱਟ ਪਏ। ਔਰ ਸਤਿਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਸਦਕਾ ਤੇ ਸਾਧ ਸੰਗਤ ਜੀ ਇਕੱਲੇ ਯੋਧੇ ਨੇ ਉਸ ਫੌਜ ਨੂੰ ਭਾਜਣਾ ਪਾਈਆਂ ਤੇ ਮਹਾਰਾਜ ਦੇ ਸਾਹਮਣੇ ਸ਼ਹੀਦ ਹੁੰਦੇ ਹਨ। ਔਰ ਇਸੇ ਤਰ੍ਹਾਂ ਇਹ ਦ੍ਰਿਸ਼ ਨੂੰ ਜਿੱਥੇ ਕਲਗੀਧਰ ਪਾਤਸ਼ਾਹ ਤੱਕ ਰਹੇ ਹਨ ਔਰ ਸਤਿਗੁਰੂ ਮਹਾਰਾਜ ਜੀ ਦੇ ਦੂਸਰੇ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਇਹ ਵੀ ਦੇਖ ਰਹੇ ਹਨ। ਤੇ ਜਦੋਂ ਭਰਾਤਾ ਸ਼ਹੀਦ ਹੁੰਦੇ ਹਨ ਤੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੇ ਨੇ, ਪਾਤਸ਼ਾਹ ਕਿਰਪਾ ਕਰੋ ਮੈਨੂੰ ਵੀ ਆਸ਼ੀਰਵਾਦ ਦਿਓ। ਤੇ ਸਾਧ ਸੰਗਤ ਜੀ ਬਾਬਾ ਜੁਝਾਰ ਸਿੰਘ ਵੀ ਜਾਂਦੇ ਹਨ ਤੇ ਸਾਧ ਸੰਗਤ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਉਹਨਾਂ ਜ਼ਾਲਮਾਂ ਦੇ ਨਾਲ ਜੂਝਦੇ ਹੋਏ ਸ਼ਹੀਦੀਆਂ ਪਾ ਜਾਂਦੇ ਹਨ। ਦੇ ਸੇਵਾ ਬਰ ਮੋਹ ਇਹ ਹੈ ਸ਼ੁਭ ਕਰਮਨ ਤੇ ਕਬਹੂ ਨਾ ਟਰੂ, ਨਾ ਡਰੂ ਅਰ ਸੋ ਜਬ ਜਾਏ ਲਰੂ, ਨਿਸ਼ਚੈ ਕਰ ਆਪਣੀ ਜੀਤ ਕਰੂ। ਤੇ ਸਾਧ ਸੰਗਤ ਕਲਗੀਧਰ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਸ ਤਰ੍ਹਾਂ ਉਹ ਚਮਕੌਰ ਦੀ ਗੜੀ ਨੂੰ ਅਲਵਿਦਾ ਕਹਿੰਦੇ ਹਨ, ਛੱਡ ਕੇ ਜਾਂਦੇ ਹਨ, ਇਸ ਤਰ੍ਹਾਂ ਨਹੀਂ ਕਿ ਸਤਿਗੁਰੂ ਜੀ ਨੇ ਕਿਹਾ ਸੀ ਕਿ ਮੈਨੂੰ ਮੌਕਾ ਦਿਓ, ਮੈਨੂੰ ਦਿਓ ਸੇਵਾ, ਮੈਂ ਲੜਾਂਗਾ। ਪਰ ਸਾਧ ਸੰਗਤ ਜੀ ਸਿੱਖਾਂ ਨੇ ਕਿਹਾ ਸੱਚੇ ਪਾਤਸ਼ਾਹ ਔਰ ਤੁਸੀਂ ਜੇ ਸ਼ਹੀਦ ਹੁੰਦੇ ਹਨ ਤੇ ਉਹ ਜਿਹੜਾ ਸਾਡਾ ਮੌਜੂਦ ਜੋ ਪੰਥ ਖਾਲਸਾ ਹੈ ਇੱਥੇ ਰੁਕ ਜਾਵੇਗਾ, ਕਿਰਪਾ ਕਰੋ। ਤੇ ਸਾਨੂੰ ਜਦੋਂ ਮਹਾਰਾਜ ਨੇ ਹੁਕਮ ਕੀਤਾ ਨਾ ਪੰਜਾਂ ਪਿਆਰਿਆਂ ਦੇ ਰੂਪ ਦੇ ਵਿੱਚ ਤੇ ਸਾਧ ਸੰਗਤ ਸਤਿਗੁਰੂ ਮਹਾਰਾਜ ਜੀ ਗੜੀ 'ਚੋਂ ਗਏ, ਪਰ ਫਿਰ ਵੀ ਸਤਿਗੁਰੂ ਮਹਾਰਾਜ ਤਾੜੀ ਵਜਾ ਕੇ ਗਏ ਹਨ, ਸਿੱਖਾਂ ਦਾ ਗੁਰੂ ਜਾ ਰਿਹਾ ਹੈ। ਤੇ ਸਾਧ ਸੰਗਤ ਜੀ ਭਾਈ ਦਇਆ ਸਿੰਘ ਜੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਪੈਰੀ ਨੰਗੇ ਪੈਰੀ ਅੱਗੇ ਅੱਗੇ ਜਾ ਰਹੇ ਹਨ। ਤੇ ਸਾਧ ਸੰਗਤ ਜੀ ਕੈਸਾ ਦ੍ਰਿਸ਼ ਸੀਗਾ। ਤੇ ਜਿੱਥੇ ਉਹਨਾਂ ਦੇ ਦੋ ਸਾਹਿਬਜ਼ਾਦੇ ਔਰ ਦੇਖਿਆ ਵੀ ਨਹੀਂ, ਤੱਕਿਆ ਵੀ ਨਹੀਂ ਕਿ ਉਹਨਾਂ ਦੇ ਦੋਨੇ ਸਾਹਿਬਜ਼ਾਦੇ ਧਰਤੀ ਤੇ ਹਜ਼ਾਰਾਂ ਫੱਟ ਜੋ ਪਸੈ ਕੇ ਸ਼ਹੀਦ ਹੋਏ ਪਏ ਹਨ, ਦੇਖਿਆ ਵੀ ਨਹੀਂ। ਭਾਈ ਦਇਆ ਸਿੰਘ ਜੀ ਕੋਲ ਖੜ ਜਾਂਦੇ ਹਨ, ਦੇਖਦੇ ਹਨ ਸੱਚੇ ਪਾਤਸ਼ਾਹ ਤੱਕਦਾ ਲਾਓ ਤੁਹਾਡੇ ਸਾਹਿਬਜ਼ਾਦੇ ਆ। ਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਦਇਆ ਸਿੰਘਾ ਮਗਰ ਮਗਰ ਆ ਜਾ, ਇਹ ਵੀ ਮੇਰੇ ਪੁੱਤਰ ਹੈ ਤੇ ਜਿਹੜੇ ਬਾਕੀ ਦੇ ਉਹ ਵੀ ਮੇਰੇ ਪੁੱਤਰ ਹੈ। ਇਨ ਪੁੱਤਰਾਂ ਨੂੰ ਕਿ ਉਹਨਾਂ ਸਤਿਗੁਰੂ ਪਾਤਸ਼ਾਹ ਜੀ ਸੱਚੇ ਪਾਤਸ਼ਾਹ ਜੀ ਨੇ ਇਹ ਨਹੀਂ ਵੀ ਪੁੱਤਰਾਂ ਦੇ ਵਿੱਚ ਹੋਰ ਤੇ ਸਿੰਘਾਂ ਦੇ ਵਿੱਚ ਕੁਛ ਹੋਰ, ਉਹਨਾਂ ਨੇ ਸਾਰਿਆਂ ਨੂੰ ਆਪਣੇ ਪੁੱਤਰੇ ਸਮਝਿਆ। ਇਸ ਕਰਕੇ ਸਾਧ ਸੰਗਤ ਜੀਓ ਧੰਨ ਕਲਗੀਧਰ ਪਾਤਸ਼ਾਹ ਫਿਰ ਮਾਛੂਵਾੜੀ ਦੀ ਥਾਂ 'ਤੇ ਜਾਂਦੇ ਹਨ ਜੰਗਲਾਂ ਦੇ ਵਿੱਚ ਸੱਚੇ ਪਾਤਸ਼ਾਹ ਜੀ। ਔਰ ਐਸਾ ਸਤਿਗੁਰੂ ਮਹਾਰਾਜ ਜੀ ਦਾ ਜੋ ਇਹਨਾਂ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਹੈ, ਸੋ ਦਾਸ ਉਹਨਾਂ ਮਹਾਨ ਸ਼ਹੀਦਾਂ ਨੂੰ ਕੋਟਾਨ ਪ੍ਰਣਾਮ ਕਰਦਾ ਹੈ। ਤੇ ਸਾਰੀਆਂ ਸਿੱਖ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਹਮ ਹਮਾ ਕੇ ਆਪਾਂ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ 26 ਆਪਣੇ ਦਸੰਬਰ ਨੂੰ ਸਾਧ ਸੰਗਤ ਜੀ ਜੋ ਸ਼ਹੀਦੀ ਦਿਹਾੜਾ ਹੈ ਆਪਾਂ ਸਾਰੇ ਮਨਾਈਏ। ਇੱਕ ਕ੍ਰਿਸਮਸਾਂ ਨੂੰ ਛੱਡ ਦਈਏ, ਇਹ ਨਾ ਹੋਵੇ ਕਿ ਆਪਾਂ ਇਹਦੇ ਵਿੱਚ ਭੁੱਲ ਕੇ ਆਪਣੇ ਸ਼ਹੀਦਾਂ ਨੂੰ ਭੁੱਲ ਜਾਈਏ, ਉਹਨਾਂ ਨੂੰ ਯਾਦ ਰੱਖੀਏ। ਜਿਨ੍ਹਾਂ ਕਰਕੇ ਅਸੀਂ ਅੱਜ ਇੱਥੇ ਬੈਠੇ ਹਾਂ, ਸੇ ਜਿਨ੍ਹਾਂ ਨੇ ਸਿੱਖੀ ਵਾਸਤੇ, ਇਹ ਐਵੇਂ ਨਹੀਂ ਸਿੱਖੀ ਮਿਲ ਗਈ, ਐਵੇਂ ਨਹੀਂ ਖੰਡੇ ਦੀ ਜਿਹੜੀ ਦਾਤ ਹੈ ਅੰਮ੍ਰਿਤ ਦੀ ਦਾਤ ਮਿਲੀ ਹੈ, ਇਹ ਬੜਾ ਕੁਛ ਬਾਰ ਕੇ 200 ਸਾਲ ਸਿੱਖ ਇਤਿਹਾਸ ਦੇ ਵਿੱਚ ਸਾਧ ਸੰਗਤ ਜੀ ਸਿੰਘਾਂ ਨੇ ਘੋੜਿਆਂ ਦੀਆਂ ਕਾਠੀਆਂ ਦੇ ਉੱਤੇ ਰਹਿ ਕਰਕੇ ਆਪਣਾ ਜੀਵਨ ਜੰਗਲਾਂ ਦੇ ਵਿੱਚ ਬਤੀਤ ਕੀਤਾ ਹੈ। ਸੋ ਇਸ ਕਰਕੇ ਤਾਂ ਇਹ ਸਿੱਖੀ ਮਿਲੀ ਹੈ। ਸੋ ਆਓ ਆਪਾਂ ਮਿਲ ਕਰਕੇ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਜੁੜੀਏ ਔਰ ਬਾਣੀ ਪੜ੍ਹੀਏ, ਚੌਪੇ ਸਾਹਿਬ ਜੀ ਦੇ ਜਿੰਨੇ ਵੱਧ ਤੋਂ ਵੱਧ ਪਾਠ ਹੋਣ ਉਹ ਕਰੀਏ। ਔਰ ਜੋ ਪੰਥ ਪ੍ਰਕਾਸ਼ ਦੇ ਵਿੱਚ ਪ੍ਰੋਗਰਾਮ ਲਿਖਿਆ ਗਿਆ ਹੈ 26 ਦਸੰਬਰ ਨੂੰ ਰਾਤ ਨੂੰ, ਜਿਸ ਦਾ ਜੋ ਸਾਧ ਸੰਗਤ ਜੀ ਬਾਹਰ ਠੰਡ ਦੇ ਵਿੱਚ ਰਹਿਣਾ ਹੈ, ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਕਿ ਉੱਥੇ ਹਮ ਹਮਾ ਕੇ ਪਹੁੰਚੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸਿੱਖ ਚੈਨਲ ਪਹੁੰਚ ਕੇ ਆਇਆ ਗੁਰਦੁਆਰਾ ਰਾਮਗੜੀਆ ਬੋਰਡ ਲੈਸਟਰ ਵਿਖੇ, ਜਿੱਥੇ ਕਿ ਅਸੀਂ ਸੱਦਾ ਦੇਣ ਆਏ ਹੈਗੇ ਹਾਂ ਇੱਥੇ ਦੀ ਕਮੇਟੀ, ਇੱਥੇ ਦੀ ਸੰਗਤ ਨੂੰ ਟੂ ਜੋਇਨ ਅਸ ਔਨ 26 ਦਸੰਬਰ ਨਾਈਟ ਐਟ ਗੁਰਦੁਆਰਾ ਗੁਰੂ ਪੰਥ ਪ੍ਰਕਾਸ਼, ਜਿੱਥੇ ਕਿ ਸਾਕਾ ਸਰਹੰਦ ਅਸੀਂ ਉਪਰਾਲਾ ਜਿਹੜਾ ਆ ਮਨਾਉਣ ਜਾ ਰਹੇ ਹਾਂ ਕਿ ਜਿੱਥੇ ਵੇਰੀਅਸ ਜੱਥੇ, ਕੀਰਤਨੀਏ ਜੱਥੇ, ਢਾਡੀ ਜੱਥੇ, ਕਵਿਸ਼ਰੀ ਜੱਥੇ, ਛੋਟੇ ਬੱਚਿਆਂ ਦੇ ਜੱਥੇ, ਬੀਬੀਆਂ ਦੇ ਜੱਥੇ ਕੀਰਤਨ ਦੇ ਰਾਹੀਂ, ਕਥਾ ਦੇ ਰਾਹੀਂ ਇਤਿਹਾਸ ਨਾਲ ਸੰਗਤਾਂ ਨੂੰ ਜਾਣੂ ਕਰਾਉਣਗੇ ਵਿਦ ਦ ਹੋਲ ਸਾਕਾ ਸਰਹੰਦ ਦਾ ਇਤਿਹਾਸ, ਛੋਟੇ ਸਾਹਿਬਜ਼ਾਦਿਆਂ ਦਾ ਇਤਿਹਾਸ, ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਉਹ ਰਾਤ ਜਿਹੜੀ ਉਹਨਾਂ ਨੇ ਠੰਡੇ ਬੁਰਜ ਦੇ ਵਿੱਚ ਬਿਤਾਈ ਸੀਗੀ। ਅਤੇ ਉਹਨਾਂ ਦੀ ਉਸ ਠੰਡੀ ਰਾਤ ਨੂੰ ਸ਼ਰਧਾਂਜਲੀ ਦਿੰਦੇ ਹੋਏ ਅਸੀਂ ਵੀ ਬਾਹਰ ਮਾਰਕੀ ਦੇ ਵਿੱਚ ਠੰਡ ਦੇ ਵਿੱਚ
ਪੋਹ ਦੀਆਂ ਰਾਤਾਂ ਦੇ ਵਿੱਚ ਕੀਰਤਨ ਜਿਹੜਾ ਆ ਸਰਵਣ ਕਰਨਾ ਹੈਗਾ ਆ। ਉਹਨਾਂ ਦਾ ਉਹ ਜਿਹੜਾ ਉਸ ਵੇਲੇ ਉਹਨਾਂ ਨੇ ਪੇਨ ਮਹਿਸੂਸ ਕੀਤਾ, ਉਹ ਤਾਂ ਕਦੇ ਵੀ ਅਸੀਂ ਆਪਣੇ ਦਿਲਾਂ ਦੇ ਵਿੱਚ ਕਦੇ ਵੀ ਅਸੀਂ ਮਹਿਸੂਸ ਨਹੀਂ ਕਰ ਸਕਦੇ। ਉਹਨਾਂ ਦਾ ਸੈਕਰੀਫਾਈਸ ਤਾਂ ਅਸੀਂ ਕਦੇ ਵੀ ਮੈਚ ਨਹੀਂ ਕਰ ਸਕਦੇ, ਪਰ ਫਿਰ ਵੀ ਅਸੀਂ ਉਹਨਾਂ ਨੂੰ ਜਿਹੜੀ ਸ਼ਰਧਾਂਜਲੀ ਆ ਉਹ ਦੇ ਸਕਦੇ ਹਾਂ। ਅਤੇ ਸਾਰੀ ਸੰਗਤਾਂ ਨੂੰ ਬੇਨਤੀ ਆ ਕਿ ਵੈਸਟ ਮਿਡਲੈਂਡਸ ਦੇ ਵਿੱਚ ਤੁਸੀਂ ਕਿਤੇ ਵੀ ਹੈਗੇ ਆ, ਜ਼ਰੂਰ ਲੈਸਟਰ 26 ਤਰੀਕ ਨੂੰ ਆਪਣੇ ਜਿਹੜੇ ਆ ਹਾਜ਼ਰੀ ਜ਼ਰੂਰ ਪਾਓ। ਅਤੇ ਬਰਮਿੰਘਮ ਵਿਖੇ, ਵੋਲਸੋਲ ਵਿਖੇ, ਕੋਵੈਂਟਰੀ ਵਿਖੇ ਵੀ ਦੂਸਰੀਆਂ ਰਾਤਾਂ ਜਿਹੜੀਆਂ ਨੇ ਸਾਕਾ ਸਰਹੰਦ ਦੀਆਂ ਕੀਰਤਨ ਹੋਣਾ ਆ, ਉੱਧਰ ਵੀ ਸਾਰੀ ਸੰਗਤਾਂ ਨੂੰ ਬੇਨਤੀ ਆ ਆਪਣੀ ਹਾਜ਼ਰੀ ਜ਼ਰੂਰ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਦਾ ਨਾਮ ਕਿਰਪਾਲ ਸਿੰਘ ਸੱਗੂ, ਗੁਰਦੁਆਰਾ ਸਾਹਿਬ ਰਾਮਗੜੀਆ ਬੋਰਡ ਵਿਖੇ ਦਾਸ ਜੋ ਜਨਰਲ ਸੈਕਟਰੀ ਦੀ ਸੇਵਾ ਨਿਭਾ ਰਿਹਾ ਹਾਂ। ਦਾਸ ਸਾਰੀ ਹੀ ਸੰਗਤ ਨੂੰ ਅੱਜ ਬਹੁਤ ਹੀ ਵਧੀਆ ਦਿਨ ਹੈ ਕਿ ਜੋ ਸਾਡੇ ਕੋਲ ਅੱਜ ਸਿੱਖ ਚੈਨਲ ਵਾਲੇ ਵੀਰ ਜੀ ਆਏ ਨੇ ਅਤੇ ਉਹਨਾਂ ਨੇ ਆ ਕੇ ਸਾਨੂੰ ਮੌਕਾ ਦਿੱਤਾ ਹੈ ਕਿ ਜੋ ਸ਼ਹੀਦੀ ਗੁਰਪੁਰਬ ਚੱਲ ਰਹੇ ਹਨ, ਕਿਉਂਕਿ ਇਹ ਜੋ ਮਹੀਨਾ ਹੁੰਦਾ ਹੈ ਇਸ ਵਿੱਚ ਸਾਰਿਆਂ ਤੋਂ ਜ਼ਿਆਦਾ ਜੋ ਸ਼ਹੀਦੀਆਂ ਹਨ ਉਹ ਪ੍ਰਾਪਤ ਕੀਤੀਆਂ ਗਈਆਂ, ਕਿਉਂਕਿ ਇਹ ਸਮਾਂ ਉਹ ਹੈ ਜਦੋਂ ਆਪਾਂ ਸਾਰਿਆਂ ਨੂੰ ਹੀ ਰਲ ਕੇ ਜੋ ਸਾਡੇ ਛੋਟੇ ਸਾਹਿਬਜ਼ਾਦੇ, ਵੱਡੇ ਸਾਹਿਬਜ਼ਾਦੇ ਅਤੇ ਹੋਰ ਗੁਰੂਆਂ ਨੇ, ਸਾਰਿਆਂ ਨੇ ਜਿਨ੍ਹਾਂ ਨੇ ਵੀ ਸ਼ਹੀਦੀਆਂ ਦਿੱਤੀਆਂ ਹਨ, ਉਹਨਾਂ ਨੂੰ ਯਾਦ ਕਰਨਾ ਚਾਹੀਦਾ ਹੈ। ਉੱਦਾਂ ਯਾਦ ਤਾਂ ਆਪਾਂ ਸਾਰਿਆਂ ਨੂੰ ਹੀ ਸਾਰਾ ਸਾਲ ਕਰਦੇ ਹਾਂ, ਪਰ ਇਹ ਮਹੀਨਾ ਬਹੁਤ ਕੜਕ ਮਹੀਨਾ ਹੈ। ਜਿਸ ਤਰ੍ਹਾਂ ਆਪ ਨੂੰ ਪਤਾ ਹੈ ਇੰਡੀਆ ਦੇ ਵਿੱਚ ਇਸ ਨੂੰ ਪੋਹ ਦਾ ਮਹੀਨਾ ਕਿਹਾ ਜਾਂਦਾ ਹੈ। ਅਤੇ ਠੰਡੇ ਬੁਰਜ ਦੇ ਵਿੱਚ ਤੁਸੀਂ ਇਮੈਜਿਨ ਕਰ ਸਕਦੇ ਹੋ ਕਿ ਉਸ ਸਮੇਂ 'ਤੇ ਉਹਨਾਂ ਛੋਟੀਆਂ ਛੋਟੀਆਂ ਜੋ ਜਿੰਦਾਂ ਹਨ ਉਹਨਾਂ 'ਤੇ ਕੀ ਬੀਤ ਰਹੀ ਹੋਵੇਗੀ, ਅਤੇ ਉਹਨਾਂ ਦੀ ਜੋ ਮਾਤਾ ਗ੍ਰੈਂਡ ਮਦਰ ਉਹਨਾਂ 'ਤੇ ਕੀ ਬੀਤ ਰਹੀ ਹੋਵੇਗੀ, ਅਤੇ ਜੋ ਜ਼ਾਲਮਾਂ ਨੇ ਉਹਨਾਂ ਨੂੰ ਨੀਹਾਂ ਦੇ ਵਿੱਚ ਚਿਣਿਆ, ਅਤੇ ਉਸ ਤੋਂ ਪਹਿਲਾਂ ਜੋ ਵੱਡੇ ਸਾਹਿਬਜ਼ਾਦੇ ਅਤੇ ਛੋਟੇ ਸਾਹਿਬਜ਼ਾਦਿਆਂ ਨੇ, ਜੋ ਵੱਡੇ ਜੋ ਸਾਹਿਬਜ਼ਾਦੇ ਸਨ, ਉਹਨਾਂ ਨੇ ਜੋ ਜੰਗ ਦੇ ਵਿੱਚ ਆਪਣੀ ਜੋ ਆਪ ਕੁਰਬਾਨ ਕੀਤਾ ਉਹਨਾਂ ਨੂੰ। ਸੋ ਇਸ ਕਰਕੇ ਆਪਾਂ ਸਾਰੇ ਹੀ ਜਗਤ ਦੇ ਵਿੱਚ ਆਪਾਂ ਇਹ ਜੋ ਦਿਹਾੜਾ ਹੈ, ਇਹ ਜੋ ਸਾਰਾ ਮਹੀਨਾ ਹੈ, ਉਸ ਨੂੰ ਆਪਾਂ ਸੈਲੀਬ੍ਰੇਟ ਕਮੈਮੋਰੇਟ ਕਰਦੇ ਹਾਂ। ਅਤੇ ਇਸ ਦੇ ਨਾਲ ਨਾਲ ਜੋ ਇਸ ਵੇਲੇ ਆਪਣੇ ਮੁਲਕ ਦੇ ਵਿੱਚ ਇਸ ਜਗ੍ਹਾ 'ਤੇ ਆਪ ਦੇਖਦੇ ਹੋ ਕਿੰਨੀ ਠੰਡ ਪੈ ਰਹੀ ਹੈ, ਅਤੇ ਉਹ ਇਮੈਜਿਨ ਕਰੋ what sort of atmosphere and what sort of weather it was when our Chote Sahibzade were executed in Sarhand। ਉਹਨਾਂ ਛੋਟੇ ਛੋਟੇ ਬੱਚਿਆਂ ਨੂੰ ਨੀਹਾਂ ਦੇ ਵਿੱਚ ਚਿਣ ਕੇ ਉਹਨਾਂ ਨੂੰ ਕਤਲ ਕੀਤਾ ਗਿਆ, ਪਰ ਫਿਰ ਵੀ ਉਹਨਾਂ ਨੇ ਜੋ ਸਿੱਖੀ ਹੈ, ਸਿੱਖੀ ਦੀ ਉਹਨਾਂ ਨੇ ਚੇਂਜ ਨਹੀਂ ਕੀਤੀ, because they were given a lot of enticement and they were given a lot of ਜਿੱਦਾਂ ਆਪਣੇ ਪੰਜਾਬੀ ਵਿੱਚ ਕਹਿੰਦੇ ਉਹਨਾਂ ਨੂੰ ਲਾਲਚ ਵੀ ਦਿੱਤੀ ਗਈ ਕਿ ਆਪਣਾ ਤੁਸੀਂ ਜੋ ਦੀਨ ਹੈ, ਆਪਣਾ ਜੋ ਧਰਮ ਹੈ, ਉਸ ਨੂੰ ਛੱਡ ਕੇ ਇਸਲਾਮ ਕਬੂਲ ਕਰ ਲਓ। ਪਰ ਉਹਨਾਂ ਨੇ ਛੋਟੇ ਛੋਟੇ ਬੱਚਿਆਂ ਨੇ ਵੀ ਇਸ ਚੀਜ਼ ਨੂੰ ਨਹੀਂ ਕਬੂਲ ਕੀਤਾ, ਕਿਉਂਕਿ ਉਹ ਜੋ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਪੁੱਤਰ ਸਨ। ਉਹਨਾਂ ਨੇ ਇਹ ਪ੍ਰੂਵ ਕਰ ਦਿੱਤਾ ਕਿ ਸਿੱਖੀ ਵਾਸਤੇ ਉਹ ਕੁਛ ਵੀ ਕਰ ਸਕਦੇ ਹਨ। ਸੋ ਇਹਨਾਂ ਸਾਰਿਆਂ ਨੂੰ ਜੋ ਆਪਣੇ ਕਮੈਮੋਰੇਸ਼ਨਸ ਆ ਰਹੀਆਂ ਹਨ, ਇਹਨਾਂ ਨੂੰ ਹਰ ਗੁਰੂ ਘਰ ਆਪਣੇ ਆਪਣੇ ਤਰੀਕੇ ਨਾਲ ਸੈਲੀਬ੍ਰੇਟ ਕਰ ਰਿਹਾ ਹੈ। ਇਹ ਜ਼ਰੂਰ ਹੈ ਕਿ ਇਸ ਵੇਲੇ ਕੋਵਿਡ ਦਾ ਜੋ ਸਮਾਂ ਹੈ ਉਹ ਚੱਲ ਰਿਹਾ ਹੈ, ਪਰ ਫਿਰ ਵੀ ਆਪਣਾ ਜੋ ਪੂਰਾ ਇਹਤਿਆਤ ਵਰਤੇ ਹੋਏ, ਜਿਸ ਤਰ੍ਹਾਂ ਮਾਸਕ ਪਾ ਕੇ ਦਾਸ ਨੇ ਸਿਰਫ ਹੁਣੇ ਥੋੜ੍ਹੀ ਦੇਰ ਪਹਿਲਾਂ ਮਾਸਕ ਜੋ ਵਾਈਜ਼ਰ ਹੈ ਉਹ ਲਾਇਆ ਹੈ, ਬਿਕੋਜ਼ ਜਿਤਨੇ ਵੀ ਇੱਥੇ ਖੜ੍ਹੇ ਹਨ ਦੀਜ਼ ਆਰ ਫਰੋਮ ਦ ਸੇਮ ਬਬਲ ਇੱਕ ਤਰ੍ਹਾਂ, ਅਤੇ ਆਪਣੇ ਮਾਸਕ ਪਾ ਕੇ ਸੋਸ਼ਲ ਡਿਸਟੈਂਸਿੰਗ ਕਰਕੇ ਗੁਰੂ ਘਰ ਦੇ ਵਿੱਚ ਜਾ ਕੇ ਜੋ ਬੱਚਿਆਂ ਦੀ ਸ਼ਹਾਦਤ ਹੈ, ਉਹਨਾਂ ਦੀ ਜੋ ਕਮੈਮੋਰੇਸ਼ਨ ਹੈ ਕਰਨੀ, ਉਹ ਸਾਡਾ ਸਾਰਿਆਂ ਦਾ ਫਰਜ਼ ਬਣ ਜਾਂਦਾ ਹੈ। ਗੁਰੂ ਘਰ ਵਿੱਚ ਇੱਥੇ ਗੁਰਦੁਆਰਾ ਸਾਹਿਬ ਵਿਖੇ, ਰਾਮਗੜੀਆ ਬੋਰਡ ਵਿਖੇ ਅਸੀਂ ਜੋ ਸਹਿਜ ਪਾਠ ਹਨ ਉਹ ਆਰੰਭ ਕੀਤੇ ਹੋਏ ਹਨ, ਜਿਨ੍ਹਾਂ ਦੇ ਭੋਗ ਅਸੀਂ 2 ਤਰੀਕ ਨੂੰ ਪਾਉਣੇ ਹਨ। ਅਤੇ ਪੁਰਾਣਿਆਂ ਦੇ ਵਿੱਚ, ਪਹਿਲੇ ਸਮਿਆਂ ਦੇ ਵਿੱਚ ਅਖੰਡ ਪਾਠ ਸਾਹਿਬ ਵੀ ਕਰਿਆ ਕਰਦੇ ਸਨ, ਪਰ ਕਿਉਂਕਿ ਕੋਵਿਡ ਦਾ ਸਮਾਂ ਹੋਣ ਕਰਕੇ, ਇਸ ਕਰਕੇ ਜੋ ਗਿਆਨੀ ਸਾਹਿਬਾਨ ਹਨ ਉਹਨਾਂ ਨੂੰ ਮੱਦੇ ਨਜ਼ਰ ਰੱਖ ਕੇ, ਉਹਨਾਂ ਨੂੰ ਮੋਹਰੇ ਰੱਖ ਕੇ
ਇਹ ਜੋ ਅਸੀਂ ਨਹੀਂ ਕੀਤਾ। ਇਸ ਦੇ ਨਾਲ ਨਾਲ ਜੋ ਗੁਰਦੁਆਰਾ ਸਾਹਿਬ ਪੰਥ ਪ੍ਰਕਾਸ਼ ਹੈ ਉੱਥੇ ਦੇ ਜੋ ਸਾਡੇ ਵੀਰ ਹਨ ਇੱਥੇ ਪਹੁੰਚੇ ਹੋਏ ਹਨ ਗੁਰਦੁਆਰਾ ਸਾਹਿਬ ਵਿਖੇ, ਅਤੇ ਮੈਂ ਬੇਨਤੀ ਕਰਾਂਗਾ ਕਿ ਆਪਣੇ ਸਿੱਖ ਚੈਨਲ ਦਾ ਇਹਨਾਂ ਨੇ ਬਹੁਤ ਹੀ ਵੱਡਾ ਉਪਰਾਲਾ ਕੀਤਾ ਹੈ। ਸਾਡੇ ਵੀਰ ਜੀ ਸਿੰਦਰਪਾਲ ਸਿੰਘ ਜੀ ਹੁਣੀ ਇੱਥੇ ਪਹੁੰਚੇ ਹਨ ਆਪਣੇ ਕੈਮਰੇ ਨਾਲ, ਆਪਣੇ ਕਰੂ ਨਾਲ। ਸੋ ਸਾਡਾ ਵੀ ਫਰਜ਼ ਬਣ ਜਾਂਦਾ ਹੈ ਕਿ ਜੋ ਸਾਡੇ ਮੀਡੀਆ ਹੈ ਉਹਨਾਂ ਦੀ ਪੂਰੀ ਸਪੋਰਟ ਕਰੀਏ। ਹਮੇਸ਼ਾ ਦੀ ਤਰ੍ਹਾਂ ਦਾਸ ਸਾਰਿਆਂ ਅੱਗੇ ਬੇਨਤੀ ਕਰਦਾ ਹੈ ਕਿ ਆਪਣੇ ਮੀਡੀਆ ਜੋ ਹੈ ਸਿੱਖ ਚੈਨਲ ਨੂੰ ਤੁਸੀਂ ਸਪੋਰਟ ਕਰੋ, ਅਤੇ ਤਾਂ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਜੋ ਹਨ ਅਗਾਂਹ ਆ ਕੇ ਹੋਰਨਾਂ ਨੂੰ ਵੀ ਕਰਨ। ਇਸ ਦੇ ਨਾਲ ਨਾਲ ਅੱਜ ਗੁਰੂ ਘਰ ਦੀਆਂ ਜੋ ਭੈਣਾਂ ਹਨ ਲੰਗਰਾਂ ਦੇ ਵਿੱਚ ਸੇਵਾ ਕਰਦੀਆਂ ਹਨ ਅਤੇ ਹੋਰ ਐਕਟੀਵਿਟੀਜ਼ ਜੋ ਹਨ ਗੁਰੂ ਘਰ ਵਿੱਚ ਕਰਦੀਆਂ ਹਨ, ਅੱਜ ਉਹ ਇੱਥੇ ਸਾਡੇ ਨਾਲ ਮੌਜੂਦ ਹਨ। ਸੋ ਸਾਰਿਆਂ ਵੱਲੋਂ ਆਪਾਂ ਜੋ ਸ਼ਹੀਦੀ ਦਿਹਾੜਾ ਹੈ ਉਸ ਨੂੰ ਕਮੈਮੋਰੇਟ ਕਰਨਾ ਹੈ, ਕਿਉਂ ਉਹਨਾਂ ਦੀਆਂ ਜੋ ਸ਼ਹੀਦੀਆਂ ਹਨ ਉਹਨਾਂ ਨੂੰ ਸਾਨੂੰ ਕਦੇ ਵੀ ਭੁਲਾਉਣਾ ਨਹੀਂ ਚਾਹੀਦਾ। ਅਤੇ ਇਹ ਸਾਰੇ ਹਰ ਇੱਕ ਸਿੱਖ ਦਾ ਇਹ ਧਰਮ ਬਣ ਜਾਂਦਾ ਹੈ। ਸੋ ਇਹਨੇ ਕਹਿੰਦਾ ਹੋਇਆ ਦਾਸ ਆਪ ਸਭ ਨੂੰ ਬੇਨਤੀ ਕਰਦਾ ਹੈ, ਗੁਰੂ ਘਰ ਆਓ, ਆ ਕੇ ਪੂਰਾ ਸੋਸ਼ਲ ਡਿਸਟੈਂਸਿੰਗ ਅਤੇ ਜੋ ਮਾਸਕ ਪਾ ਕੇ ਆ ਕੇ ਗੁਰੂ ਘਰ ਦੀਆਂ ਰੌਣਕਾਂ ਵਧਾਉਣ ਦੀ ਕਿਰਪਾਲਤਾ ਕਰਨੀ 2 ਤਰੀਕ ਨੂੰ। ਇਸ ਦੇ ਨਾਲ ਨਾਲ ਦਾਸ ਆਪ ਸਭ ਨੂੰ ਨਿਮੰਤਰਣ ਕਰਦਾ ਹੈ, ਆਪ ਜੀ ਨੂੰ ਇਨਵੀਟੇਸ਼ਨ ਦਿੰਦੇ ਹਾਂ। ਜਿਸ ਤਰ੍ਹਾਂ ਦਾਸ ਨੇ ਪਹਿਲਾਂ ਵੀ ਦਰਸਾਇਆ ਹੈ ਕਿ ਜੋ ਪੰਥ ਪ੍ਰਕਾਸ਼ ਗੁਰਦੁਆਰਾ ਸਾਹਿਬ ਲੈਸਟਰ ਵਿਖੇ ਹੈ, ਉਹ ਇੱਥੇ ਸਾਡੇ ਕੋਲ ਰਾਮਗੜੀਆ ਬੋਰਡ ਲੈਸਟਰ ਗੁਰਦੁਆਰਾ ਸਾਹਿਬ ਵਿਖੇ ਪਹੁੰਚੇ ਹੋਏ ਹਨ। ਉਹਨਾਂ ਨੇ ਸਾਨੂੰ ਇਨਵੀਟੇਸ਼ਨ ਦਿੱਤਾ ਹੈ ਕਿ 26 ਤਰੀਕ ਨੂੰ ਉਹਨਾਂ ਨੇ ਇੱਕ ਪ੍ਰੋਗਰਾਮ ਰੱਖਿਆ ਹੈ ਗੁਰੂ ਘਰ ਦੇ ਵਿੱਚ, ਜੋ ਕਿ ਸ਼ਾਮ ਨੂੰ 5 ਵਜੇ ਤੋਂ ਲੱਗ ਕੇ 11 ਵਜੇ ਤੱਕ ਹੋਵੇਗਾ। ਉਸ ਵਿੱਚ ਇੱਕ ਤਰ੍ਹਾਂ ਉਹਨਾਂ ਨੇ ਇਹ ਡਿਪਿਕਟ ਕਰਨਾ ਹੈ, ਦਰਸਾਉਣਾ ਹੈ ਕਿ ਜਿਸ ਤਰ੍ਹਾਂ ਉਹਨਾਂ ਦਿਨਾਂ ਦੇ ਵਿੱਚ ਉੱਥੇ ਠੰਡ ਪੈ ਰਹੀ ਸੀ, ਇਹਨਾਂ ਨੇ ਉਹ ਸੀਨ, ਉਹ ਐਟਮੋਸਫੀਅਰ ਕ੍ਰੀਏਟ ਕਰਨਾ ਹੈ ਕਿ ਲੋਕਾਂ ਨੂੰ ਅਹਿਸਾਸ ਹੋਵੇ ਕਿ ਜੇ ਇੱਥੇ ਆਪਣੇ ਵੈਸਟ ਦੇ ਵਿੱਚ ਰਹਿੰਦੇ ਹੋਏ ਆਪਾਂ ਇੰਨੀ ਠੰਡ ਮਾਣ ਸਕਦੇ ਹਾਂ, ਅਤੇ ਉਹਨਾਂ ਵਿਚਾਰੇ ਜੋ ਛੋਟੀਆਂ ਜਿੰਦਾਂ ਸਨ, ਜਾਨ ਸਨ, ਉਹਨਾਂ 'ਤੇ ਕੀ ਬੀਤੀ ਹੋਵੇਗੀ। ਇਹ ਜੋ ਸਾਰਾ ਪ੍ਰੋਗਰਾਮ ਹੈ ਜੋ ਮੈਨੇਜਮੈਂਟ ਕਮੇਟੀ ਉੱਥੇ ਆਪਣੇ ਪੰਥ ਪ੍ਰਕਾਸ਼ ਲੈਸਟਰ ਦੀ ਹੈ, ਉਹਨਾਂ ਨੇ ਇਹ ਸਾਰਾ ਕੀਤਾ ਹੈ। ਸੋ ਸਾਰਿਆਂ ਅੱਗੇ ਬੇਨਤੀ ਹੈ ਕਿ ਜ਼ਰੂਰ 5 ਵਜੇ ਤੋਂ ਲਾ ਕੇ ਰਾਤ 11 ਵਜੇ ਤੱਕ ਜੋ ਇਹ ਉੱਥੇ ਪ੍ਰੋਗਰਾਮ ਚੱਲ ਰਿਹਾ ਹੈ ਉਸ ਵਿੱਚ ਆ ਕੇ ਜ਼ਰੂਰ ਸ਼ਿਰਕਤ ਕਰਨ ਦੀ ਕੋਸ਼ਿਸ਼ ਕਰਨੀ, ਕਿਉਂਕਿ ਟਾਈਮ ਕੱਢਣਾ ਪੈਂਦਾ ਹੈ। ਟਾਈਮ ਸਾਰਿਆਂ ਕੋਲ ਨਹੀਂ ਹੁੰਦਾ, ਪਰ ਸਾਰਿਆਂ ਨੂੰ ਟਾਈਮ ਕੱਢਣਾ ਚਾਹੀਦਾ ਹੈ। ਇੱਕ ਵਾਰੀ ਫਿਰ ਤੋਂ ਜਿੰਨੀਆਂ ਵੀ ਸੰਗਤਾਂ ਇੱਥੇ ਆਈਆਂ ਹਨ ਰਾਮਗੜੀਆ ਬੋਰਡ ਲੈਸਟਰ ਦੀਆਂ, ਅਤੇ ਗੁਰਦੁਆਰਾ ਸਾਹਿਬ ਦੇ ਸਾਡੇ ਜੋ ਸੇਵਾਦਾਰ ਇੱਥੇ ਤੁਹਾਡੇ ਸਾਹਮਣੇ ਬੈਠੇ ਹਨ, ਉਹਨਾਂ ਵੱਲੋਂ ਇੱਕ ਵਾਰੀ ਫਿਰ ਤੋਂ ਦਾਸ ਸਿੱਖ ਚੈਨਲ ਦਾ ਲੱਖ ਸ਼ੁਕਰਾਨਾ ਕਰਦਾ ਹੈ। ਉਹਨਾਂ ਨੂੰ ਅਸੀਂ ਸ਼ਲਾਘਾ ਦਿੰਦੇ ਹਾਂ ਕਿ ਉਹਨਾਂ ਨੇ ਇਹ ਉਪਰਾਲਾ ਕੀਤਾ ਹੈ, ਆ ਕੇ ਜੋ ਸਾਰੇ ਗੁਰੂ ਘਰਾਂ ਦੇ ਵਿੱਚੋਂ ਸਾਰਿਆਂ ਨੂੰ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ, ਅਤੇ ਇਸੇ ਤਰ੍ਹਾਂ ਵਾਹਿਗੁਰੂ ਇਹਨਾਂ ਨੂੰ ਚੜ੍ਹਦੀਆਂ ਕਲਾ ਵਿੱਚ ਰੱਖੇ। ਆਓ ਅਖੀਰ ਵਿੱਚ ਆਪਾਂ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਲੈਸਟਰ ਦੇ ਅੱਜ ਇਸ ਸਟੋਰ ਦੇ ਵਿੱਚ ਅਸੀਂ ਪਹੁੰਚ ਚੁੱਕੇ ਹਾਂ, ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜੀ, ਅਤੇ ਇੱਥੇ ਦੀ ਸੰਗਤ, ਇੱਥੇ ਦੀ ਕਮੇਟੀ ਦਾ ਅਸੀਂ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ, ਉਹਨਾਂ ਦੇ ਸਹਿਯੋਗ ਅਤੇ ਉਹਨਾਂ ਦੇ ਸਪੋਰਟ ਵਾਸਤੇ। ਸਾਕਾ ਸਰਹੰਦ 2021 ਅਸੀਂ ਲੈ ਕੇ ਆ ਰਹੇ ਹਾਂ ਫਰੋਮ 23 ਦਸੰਬਰ ਟੂ 28 ਦਸੰਬਰ, ਅਤੇ 26 ਤਰੀਕ ਦੀ ਰਾਤ ਨੂੰ ਅਸੀਂ ਸਾਕਾ ਸਰਹੰਦ ਉਪਰਾਲਾ ਕਰਨਾ ਹੈਗਾ ਆ ਗੁਰਦੁਆਰਾ ਗੁਰੂ ਪੰਥ ਪ੍ਰਕਾਸ਼ ਵਿਖੇ। ਲੈਸਟਰ ਦੀ ਸਾਰੀ ਸੰਗਤ ਨੂੰ ਤਾਂ ਖੁੱਲ੍ਹਾ ਸੱਦਾ ਹੈਗਾ ਹੀ ਆ। ਜੇ ਤੁਸੀਂ ਵੈਸਟ ਮਿਡਲੈਂਡਸ ਦੇ ਵਿੱਚ ਕਿਤੇ ਰਹਿੰਦੇ ਆ, ਇਨ ਬਰਮਿੰਘਮ, ਇਨ ਕੋਵੈਂਟਰੀ, ਵੋਲਸੋਲ, ਕਿਤੇ ਵੀ
ਜੇ ਤੁਸੀਂ ਵੈਸਟ ਮਿਡਲੈਂਡ ਵਿੱਚ ਹੈਗੇ ਆ, ਜ਼ਰੂਰ ਕੋਸ਼ਿਸ਼ ਕਰੋ ਆਪਣੇ ਨਿਆਣਿਆਂ ਨੂੰ ਲੈ ਕੇ ਸਹਿ ਪਰਿਵਾਰ ਤੁਸੀਂ ਲੈਸਟਰ ਜ਼ਰੂਰ ਪਹੁੰਚੋ। 26 ਤਰੀਕ ਨੂੰ ਗੁਰਦੁਆਰਾ ਗੁਰਪੰਥ ਪ੍ਰਕਾਸ਼, ਜਿੱਥੇ ਕਿ ਕੀਰਤਨੀਆਂ ਦਾ ਵੇਰਵਾ ਜਿਹੜਾ ਆ ਪੂਰਾ ਰੈਡੀ ਹੋ ਚੁੱਕਿਆ ਆ। ਉਹਦੀ ਜਾਣਕਾਰੀ ਵੀ ਤੁਹਾਨੂੰ ਆਉਣ ਵਾਲੇ ਸ਼ੋਅ ਦੇ ਵਿੱਚ ਦਿੱਤੀ ਜਾਊਗੀ। ਅਤੇ ਹੁਣ ਅਸੀਂ ਹੈਗੇ ਆ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਲੈਸਟਰ, ਅਤੇ ਸਾਰੀ ਸੰਗਤਾਂ ਨੂੰ ਇੱਥੇ ਵੀ ਅਸੀਂ ਖੁੱਲ੍ਹਾ ਸੱਦਾ ਦੇਣ ਆਏ ਹੈਗੇ ਆ। ਆਓ ਅਸੀਂ ਸਾਰੇ ਇਕੱਠੇ ਰਲ ਮਿਲ ਕੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਦੀ ਉਹ ਸ਼ਹੀਦੀ ਨੂੰ ਯਾਦ ਕਰੀਏ, ਅਤੇ ਠੰਡੇ ਬੁਰਜ ਦੀ ਉਸ ਰਾਤ ਨੂੰ, ਪੋਹ ਦੀ ਠੰਡੀ ਰਾਤ ਨੂੰ ਯਾਦ ਕਰਦਿਆਂ ਹੋਇਆਂ ਅਸੀਂ ਵੀ ਬਾਹਰ ਮਾਰਕੀ ਲਾ ਕੇ ਜਿਹੜੇ ਇਹ ਕੀਰਤਨ ਸਮਾਗਮ ਹੈਗੇ ਨੇ ਕਰਨੇ ਨੇ। ਅਤੇ ਸਾਰਿਆਂ ਨੂੰ ਬੇਨਤੀ ਆ 26 ਤਰੀਕ ਨੂੰ ਲੈਸਟਰ ਵਿਖੇ ਅਤੇ 23 ਤਰੀਕ ਤੋਂ ਲੈ ਕੇ 28 ਤਰੀਕ ਤੱਕ ਵੱਖ-ਵੱਖ ਸ਼ਹਿਰਾਂ ਦੇ ਵਿੱਚ ਇੰਗਲੈਂਡ ਦੇ ਤੁਸੀਂ ਸਾਕਾ ਸਨਅਤ ਉਪਰਾਲੇ ਦੇ ਵਿੱਚ ਸਿੱਖ ਚੈਨਲ ਦੇ ਨਾਲ ਜ਼ਰੂਰ ਜੁੜੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨੈਣ ਨ ਦੇਖੇ ਸਾਧ ਸੇ ਨੈਣ ਨਿਹਾਲਿਆ, ਕਰਨ ਸੁਨਹੀ ਨਾਦ ਕਰਨ ਮੁੰਦ ਘਾਲਿਆ। ਰਸਨਾ ਜਪੈ ਨ ਨਾਮ ਤਿਲ ਤਿਲ ਕਰ ਕਟੀਏ, ਹਰ ਹਾਂ ਜਬ ਬਿਸਰੇ ਗੋਬਿੰਦ ਰਾਏ ਦਿਨੋਂ ਦਿਨ ਘਟੀਏ। ਗੁਰੂ ਪਿਆਰੀ ਸਾਧ ਸੰਗਤ ਜੀ, ਦਾਸ ਰਾਜ ਮਨਵਿੰਦਰ ਸਿੰਘ, ਸੇਵਾਦਾਰ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ ਲੈਸਟਰ ਤੋਂ ਆਪ ਸਭ ਸੰਗਤਾਂ ਨੂੰ ਬੇਨਤੀ ਰੂਪ ਦੇ ਵਿੱਚ ਅਪੀਲ ਕਰ ਰਿਹਾ ਹਾਂ ਕਿ ਛੋਟੇ ਸਾਹਿਬਜ਼ਾਦਿਆਂ ਦੀ ਅਤੇ ਮਾਤਾ ਗੁਜਰ ਕੌਰ ਜੀ ਦੀ ਯਾਦ ਦੇ ਵਿੱਚ ਲੈਸਟਰ ਦੇ ਬਹੁਤ ਹੀ ਸਤਿਕਾਰਯੋਗ ਗੁਰਦੁਆਰਾ ਸਾਹਿਬ ਪੰਥ ਪ੍ਰਕਾਸ਼ ਵਿਖੇ 26 ਤਰੀਕ ਨੂੰ ਇੱਕ ਵਿਸ਼ੇਸ਼ ਸਮਾਗਮ ਸ਼ਾਮ ਨੂੰ ਹੋਣ ਜਾ ਰਿਹਾ ਹੈ। ਆਪਾਂ ਸਾਰਿਆਂ ਨੇ ਉਸ ਦੇ ਵਿੱਚ ਹਾਜ਼ਰੀ ਭਰਨੀ ਹੈ। ਅਸੀਂ ਉਸ ਮਹਾਨ ਰੂਹਾਂ ਨੂੰ ਸਜਦਾ ਕਰਨਾ ਹੈ। ਸਿੱਖ ਚੈਨਲ ਦੀ ਟੀਮ ਵੱਲੋਂ ਕਾਫੀ ਵੱਡੇ ਪੱਧਰ 'ਤੇ ਪਿਛਲੇ ਲੰਬੇ ਸਮੇਂ ਤੋਂ ਉਪਰਾਲੇ ਕੀਤੇ ਜਾ ਰਹੇ ਹਨ। ਸੋ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸਿੱਖੀ ਨੂੰ ਪ੍ਰਫੁੱਲਤ ਕਰਨ ਦੇ ਲਈ ਇਹੋ ਜਿਹੇ ਮੀਡੀਆ ਦੀ ਲੋੜ ਹੈ। ਸੋ ਅਸੀਂ ਅਰਦਾਸ ਕਰਦੇ ਹਾਂ, ਸੱਚੇ ਪਾਤਸ਼ਾਹ ਜੀ ਕਿਰਪਾ ਕਰਿਓ, ਆਪਣੇ ਦਰੋਂ ਘਰੋਂ ਸਮੂਹ ਸੰਗਤਾਂ ਨੂੰ ਨਾਮ ਦੀ ਦਾਤ ਬਖਸ਼ਿਸ਼ ਕਰਿਓ। ਇਹਨਾਂ ਦਿਨਾਂ ਦੇ ਉੱਤੇ ਗੁਰਦੁਆਰਾ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ ਵੀ ਵੱਡੇ ਸਮਾਗਮ ਹੋ ਰਹੇ ਹਨ। ਆਪਾਂ ਦਸੰਬਰ ਦੇ ਮਹੀਨੇ ਦੇ ਵਿੱਚ ਆਪਣੇ ਸ਼ਹੀਦਾਂ ਨੂੰ ਯਾਦ ਕਰਨ ਦੇ ਲਈ ਜ਼ਰੂਰ ਦਿਨ ਕੱਢਣੇ ਚਾਹੀਦੇ ਹਨ, ਜ਼ਰੂਰ ਸਮਾਂ ਕੱਢਣਾ ਚਾਹੀਦਾ ਹੈ। ਜਿਸ ਮੁਲਕ ਦੇ ਵਿੱਚ ਰਹਿੰਦੇ ਹਾਂ, ਬੇਸ਼ੱਕ ਇਸ ਮੁਲਕ ਦੇ ਵਿੱਚ ਕ੍ਰਿਸਮਸ ਦੇ ਨਾਮ 'ਤੇ ਬਹੁਤ ਸਾਰੇ ਪਰਿਵਾਰ ਖੁਸ਼ੀਆਂ ਮਨਾ ਰਹੇ ਹਨ, ਪਰ ਅਸੀਂ ਜਿਸ ਧਰਤੀ ਨੂੰ ਬਿਲੋਂਗ ਕਰਦੇ ਹਾਂ, ਉਸ ਧਰਤੀ ਦੇ ਨਾਲ ਸੰਬੰਧਿਤ ਸ਼ਹੀਦੀ ਦਿਹਾੜੇ ਵੀ ਸਾਨੂੰ ਯਾਦ ਰੱਖਣੇ ਚਾਹੀਦੇ ਹਨ। ਸੋ ਮੈਂ ਬੇਨਤੀ ਕਰਦਾ ਹਾਂ ਅਤੇ ਅਰਦਾਸ ਵੀ ਕਰਦਾ ਹਾਂ, ਇਹ ਮਹਾਨ ਛੋਟੀਆਂ ਜਿੰਦਾਂ, ਵੱਡੇ ਸਾਕੇ 7 ਸਾਲ ਅਤੇ 9 ਸਾਲ ਦੀ ਉਮਰ ਦੇ ਵਿੱਚ, ਜਿੱਥੇ ਕਿ ਘਰਾਂ ਦੇ ਵਿੱਚ ਆਪਾਂ ਦੇਖਦੇ ਹਾਂ ਬੱਚਿਆਂ ਦਾ ਕੀ ਰੁਝਾਨ ਹੋਇਆ ਕਰਦਾ, ਇਹਨਾਂ ਦੌਰਾਨ ਇੱਕ ਜ਼ਾਲਮ ਹਕੂਮਤ ਦੇ ਮੂਹਰੇ ਖੜ੍ਹ ਜਾਣਾ, ਉਹ ਵੀ ਆਪਣੇ ਵਾਸਤੇ ਨਹੀਂ, ਕੌਮ ਵਾਸਤੇ। ਮਹਾਨ ਸ਼ਹਾਦਤਾਂ ਹਨ। ਸੋ ਅਸੀਂ ਨਤਮਸਤਕ ਹੁੰਦੇ ਹਾਂ। ਮੈਂ ਆਪਣੇ ਸ਼ਬਦਾਂ ਨੂੰ ਇੱਥੇ ਹੀ ਸੰਕੋਚਦਾ ਹਾਂ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਦੁਬਾਰਾ ਫੇਰ ਕਿ ਆਪੋ ਆਪਣੇ ਗੁਰੂ ਘਰਾਂ ਦੇ ਵਿੱਚ ਸ਼ਹੀਦੀ ਦਿਹਾੜਿਆਂ ਦੇ ਵਿੱਚ ਜ਼ਰੂਰ ਹਾਜ਼ਰੀ ਭਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਸ ਵੇਲੇ ਆਪਾਂ ਸਾਰੀ ਸੰਗਤ ਗੁਰੂ ਨਾਨਕ ਗੁਰਦੁਆਰਾ ਲੈਸਟਰ ਵਿਖੇ ਆਪ ਜੀ ਸਮਾਈਮਾਨ ਹੋ, ਜੋ ਕਿ ਲੈਸਟਰ ਦਾ ਲਗਭਗ ਸਾਰਿਆਂ ਤੋਂ ਪਹਿਲਾਂ ਗੁਰੂ ਘਰ ਸਿੱਖ ਸੰਗਤ ਨੇ ਆਰੰਭ ਕੀਤਾ ਹੈ। ਸੋ ਪੋਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾਉ। ਜਿਵੇਂ ਕਿ ਆਪ ਜੀ ਜਾਣਦੇ ਹੋ, ਪੋਹ ਦਾ ਮਹੀਨਾ ਆਰੰਭ ਹੁੰਦਿਆਂ ਸਾਰੀ ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਬੈਠੀ ਹੈ, ਇਸ ਮਹੀਨੇ ਨੂੰ ਬੜੀ ਸ਼ਰਧਾ ਪ੍ਰੇਮ ਭਾਵਨਾ ਦੇ ਨਾਲ ਮਨਾ ਰਹੀ ਹੈ, ਕਿਉਂਕਿ ਇਹ ਮਹੀਨਾ ਸਿੱਖ ਕੌਮ ਵਾਸਤੇ ਬਹੁਤ ਮਹਾਨ ਸ਼ਹਾਦਤਾਂ ਦੇ ਨਾਲ ਭਰਿਆ ਹੋਇਆ ਹੈ। ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਾਰੇ ਲਾਲ ਵੱਡੇ ਸਾਹਿਬਜ਼ਾਦੇ, ਛੋਟੇ ਸਾਹਿਬਜ਼ਾਦੇ, ਜੋ ਕਿ ਸਮਾਗਮ ਬੜੀ ਸ਼ਰਧਾ ਪ੍ਰੇਮ ਭਾਵਨਾ ਦੇ ਨਾਲ ਮਨਾਏ ਜਾਂਦੇ ਨੇ, ਜੋ ਕਿ ਸਾਕਾ ਸਰਹੰਦ ਜੋ ਲਾਸਾਨੀ ਸ਼ਹਾਦਤ ਹੈ, ਕਿਤੇ ਵੀ ਸੰਸਾਰ 'ਤੇ ਐਸੀ ਸ਼ਹਾਦਤ ਜੋ ਨਹੀਂ ਮਿਲਦੀ ਦੇਖਣ ਵਾਸਤੇ, ਸੁਣਨ ਵਾਸਤੇ। ਸੋ ਆਪਾਂ ਸਾਰੀ ਸੰਗਤ ਬੜੀ ਸ਼ਰਧਾ ਪ੍ਰੇਮ ਭਾਵਨਾ ਦੇ ਨਾਲ ਇਹਨਾਂ ਸਮਾਗਮਾਂ ਨੂੰ ਮਨਾ ਰਹੇ ਹਾਂ। ਦੂਸਰਾ ਸਾਕਾ ਚਮਕੌਰ ਸਾਹਿਬ, ਜਿੱਥੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਦੇ 40 ਸਿੰਘ, ਜਿਨ੍ਹਾਂ ਨੇ ਬੜੀ ਸੂਰਬੀਰਤਾ ਦੇ ਨਾਲ 10 ਲੱਖ ਫੌਜ ਦਾ ਮੁਕਾਬਲਾ ਕਰਦਿਆਂ ਹੋਇਆਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨਾਂ ਨੂੰ ਮੰਨਦਿਆਂ ਹੋਇਆਂ
ਸ਼ਹਾਦਤ ਦੇ ਜਾਮ ਪੀਤੇ। ਸੋ ਇਹ ਦੋਨੇ ਜਿਹੜੇ ਸ਼ਹਾਦਤ ਦੇ ਮਹਾਨ ਦਿਹਾੜੇ ਨੇ। ਵੈਸੇ ਤਾਂ ਸਾਰਾ ਮਹੀਨਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਿਉਂ 6 ਤੇ 7 ਪੋਹ ਦੀ ਰਾਤ ਨੂੰ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਦੇ ਨੇ, ਔਰ ਜਿੰਨੀ ਦੇਰ ਪਾਤਸ਼ਾਹ ਜੀ ਤਖਤ ਸ੍ਰੀ ਤਲਵੰਡੀ ਸਾਬੋ ਨਹੀਂ ਪਹੁੰਚਦੇ, ਆਪਣਾ ਕਮਰ ਕੱਸਾ ਨਹੀਂ ਖੋਲ੍ਹਦੇ। ਸੋ ਸਾਰਾ ਹੀ ਇਹ ਜਿਹੜਾ ਇਤਿਹਾਸ ਹੈ, ਆਪ ਜੀ ਸੰਗਤ ਵੱਖਰੋ ਵੱਖਰੇ ਗੁਰੂ ਘਰ ਵਿਖੇ ਗੁਰੂ ਘਰਾਂ ਦੇ ਕੀਰਤਨੀਏ, ਪ੍ਰਚਾਰਕ, ਕਥਾਵਾਚਕ ਦੇ ਪਾਸੋਂ ਬੜੀ ਸ਼ਰਧਾ ਪ੍ਰੇਮ ਭਾਵਨਾ ਦੇ ਨਾਲ ਇਹਨਾਂ ਪਾਵਨ ਦਿਹਾੜਿਆਂ ਨੂੰ ਮਾਣਦੇ ਹਾਂ, ਸੁਣਦੇ ਆ ਰਹੇ ਹਾਂ। ਸੋ ਦੇਸ਼ ਪ੍ਰਦੇਸ਼ ਵਿੱਚ ਜਿੱਥੇ ਵੀ ਅਸੀਂ ਇਸ ਪਾਵਨ ਪੁਰਬਾਂ ਨੂੰ ਮਨਾ ਰਹੇ ਹਾਂ, ਵੱਖੋ ਵੱਖਰੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਆਪੋ ਆਪਣੇ ਸਹਿਯੋਗ ਦੇ ਨਾਲ ਇਹ ਜੋ ਪਾਵਨ ਇਤਿਹਾਸਕ ਦਿਹਾੜੇ ਨੇ ਪੰਦਰਵਾੜੇ ਦੇ ਰੂਪ ਦੇ ਵਿੱਚ ਮਨਾ ਰਹੇ ਨੇ। ਉਹ ਇਸੇ ਤਰ੍ਹਾਂ ਪੰਜਾਬ ਦੀ ਧਰਤੀ 'ਤੇ ਸਾਰੇ ਹੀ ਗੁਰੂ ਘਰਾਂ ਵਿੱਚ ਇਹਨਾਂ ਲਾਸਾਨੀ ਸ਼ਹਾਦਤਾਂ ਨੂੰ ਬੜੀ ਸ਼ਰਧਾ ਪ੍ਰੇਮ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ। ਸੋ ਆਪਾਂ ਸਾਰੀ ਸੰਗਤ ਨੂੰ ਜਿੱਥੇ ਵੀ ਗੁਰੂ ਨਾਨਕ ਨਾਮ ਪਾਤਸ਼ਾਹ ਦਾ ਸਿੱਖ ਬੈਠਾ ਹੈ, ਉੱਥੇ ਇਹਨਾਂ ਪਾਵਨ ਦਿਹਾੜਿਆਂ ਨੂੰ ਬੜੀ ਸ਼ਰਧਾ ਪ੍ਰੇਮ ਭਾਵਨਾ ਦੇ ਨਾਲ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਦੇ ਨਾਲ ਵੱਖੋ ਵੱਖਰੀਆਂ ਸੁਸਾਇਟੀਆਂ, ਸੰਤ ਮਹਾਂਪੁਰਸ਼, ਜਥੇਬੰਦੀਆਂ ਬੜੀ ਸ਼ਰਧਾ ਪ੍ਰੇਮ ਭਾਵਨਾ ਦੇ ਨਾਲ ਮਨਾ ਰਹੇ ਨੇ। ਸੋ ਆਪਾਂ ਵੀ ਇਹ ਜੋ ਪੰਦਰਵਾੜਾ ਦਿਹਾੜਾ ਹੈ, ਗੁਰੂ ਸਾਹਿਬਾਂ ਦੇ ਚਾਰੇ ਸਾਹਿਬਜ਼ਾਦੇ ਜਿਨ੍ਹਾਂ ਨੂੰ ਆਪਾਂ ਲਾਸਾਨੀ ਸ਼ਹਾਦਤ ਦੇ ਨਾਮ ਨਾਲ ਯਾਦ ਕਰਦੇ ਹਾਂ, ਆਪਾਂ ਵੀ ਉਦਮ ਉਪਰਾਲਾ ਕਰੀਏ ਕਿ ਉਹ 15 ਦਿਨ ਜੋ ਗੁਰੂ ਸਾਹਿਬ ਜੀ ਦੇ ਨਾਲ ਬੀਤੇ ਨੇ, ਕਿਵੇਂ ਸਰਸਾ ਦੇ ਵਿਛੋੜਾ ਹੁੰਦਾ ਹੈ, ਕਿਵੇਂ ਚਮਕੌਰ ਦਾ ਜੰਗ ਹੁੰਦਾ ਹੈ, ਕਿਵੇਂ ਭਾਈ ਬਚਿੱਤਰ ਸਿੰਘ ਜੀ ਆਪਣੀ ਸ਼ਹਾਦਤ ਦਿੰਦੇ ਨੇ, ਗੁਰੂ ਉਤੋਂ ਆਪਾ ਵਾਰਨ ਵਾਸਤੇ ਸਾਨੂੰ ਇਹ ਪ੍ਰੇਰਣਾ ਮਿਲਦੀ ਹੈ। ਸੋ ਇਹ ਸਾਰੇ ਉਦੋਂ ਉਪਰਾਲੇ ਦੇਸ਼ ਪ੍ਰਦੇਸ਼ ਦੀਆਂ ਸਿੱਖ ਸੰਗਤਾਂ ਬੜੀ ਸ਼ਰਧਾ ਪ੍ਰੇਮ ਭਾਵਨਾ ਦੇ ਨਾਲ ਮਨਾਉਣ, ਅਤੇ ਆਉਣ ਵਾਲੀ ਜੋ ਸਾਡੀ ਜਨਰੇਸ਼ਨ ਹੈ, ਨਿਊ ਜਨਰੇਸ਼ਨ ਹੈ, ਜੋ ਇੱਥੋਂ ਦੇ ਬਹੁਤ ਬੱਚੇ ਨੇ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ, ਉਹਨਾਂ ਨੂੰ ਵੀ ਪਤਾ ਲੱਗ ਸਕੇ ਕਿ ਅਸੀਂ ਕਿੱਡੀ ਵੱਡੀ ਲਾਸਾਨੀ ਸ਼ਹਾਦਤ ਦੇ ਮਾਲਕ ਹਾਂ। ਗੁਰੂ ਘਰਾਂ ਦੇ ਵਿੱਚ ਆਉਣ ਔਰ ਇਹਨਾਂ ਪ੍ਰੋਗਰਾਮਾਂ ਨੂੰ ਜੋ ਇਤਿਹਾਸਕ ਦਿਹਾੜੇ ਨੇ, ਸ਼ਹਾਦਤ ਦੇ ਨਾਲ ਭਰੇ ਹੋਏ ਦਿਹਾੜੇ ਨੇ, ਇਹਨਾਂ ਨੂੰ ਮਨਾਉਣ, ਗੁਰੂ ਘਰਾਂ ਵਿੱਚ ਆਉਣ, ਔਰ ਜੋ ਸਾਡੀ ਸਿੱਖੀ ਦਾ ਪ੍ਰਚਾਰ ਹੈ ਹੋਰ ਵੀ ਅਸੀਂ ਵੱਧ ਚੜ੍ਹ ਕੇ ਕਰੀਏ। ਸੋ ਇਸੇ ਸੰਬੰਧ ਨੂੰ ਮੁੱਖ ਰੱਖਦਿਆਂ ਹੋਇਆਂ ਸਮੂਹ ਪ੍ਰਬੰਧਕ ਜਨ ਗੁਰਦੁਆਰਾ ਪੰਥ ਪ੍ਰਕਾਸ਼ ਮਹਾਂਪੁਰਸ਼ਾਂ ਦੇ ਗੁਰਦੁਆਰਾ ਸਾਹਿਬ ਤੋਂ ਇੱਥੇ ਪਹੁੰਚੇ ਹੋਏ ਨੇ, ਜੋ ਕਿ 24 ਤੋਂ 26 ਅਖੰਡ ਪਾਠ ਸਾਹਿਬ ਆਰੰਭ ਹੋਣਗੇ। ਆਪ ਸਾਰੀ ਸੰਗਤ ਨੇ ਉੱਥੇ ਪਹੁੰਚ ਕੇ ਉਹਨਾਂ ਲਾਸਾਨੀ ਸ਼ਹਾਦਤਾਂ ਨੂੰ ਆਪਣਾ ਜਿਹੜਾ ਕੋਟਾਨ ਪ੍ਰਣਾਮ ਕਰਨਾ ਹੈ। ਇਸੇ ਤਰ੍ਹਾਂ ਹੀ ਜਿਸ ਜਗ੍ਹਾ 'ਤੇ ਆਪਾਂ ਬੈਠੇ ਹਾਂ, ਖੜੇ ਹਾਂ, ਆਨੰਦ ਮਾਣ ਰਹੇ ਹਾਂ, ਸੰਗਤ ਰੂਪ ਆਪ ਜੀ ਦਰਸ਼ਨ ਕਰ ਰਹੇ ਹੋ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਨਾਂ 'ਤੇ ਇਹ ਗੁਰੂ ਘਰ ਸੁਭਾਈਮਾਨ ਹੈ, ਜੋ ਲੈਸਟਰ ਦਾ ਲਗਭਗ ਸਾਰਿਆਂ ਨਾਲੋਂ ਪੁਰਾਣਾ ਗੁਰੂ ਘਰ ਹੈ। ਇੱਥੇ ਵੀ ਜਿਹੜੇ ਇਹ ਸ਼ਹਾਦਤ ਦੇ ਦਿਹਾੜੇ ਨੇ ਬੜੀ ਸ਼ਰਧਾ ਪ੍ਰੇਮ ਭਾਵਨਾ ਦੇ ਨਾਲ ਮਨਾਏ ਜਾ ਰਹੇ ਨੇ। 20 ਤੋਂ 22 ਜੋ ਸਾਕਾ ਚਮਕੌਰ ਸਾਹਿਬ ਨੂੰ ਸੰਬੰਧਿਤ ਹੈ, ਸੇਵਕ ਪਰਿਵਾਰਾਂ ਵੱਲੋਂ ਗੁਰੂ ਘਰ ਵਿਖੇ ਅਖੰਡ ਪਾਠ ਸਾਹਿਬ ਸਮੇਤ ਜਪਜੀ ਸਾਹਿਬ ਸਹਿਤ ਆਰੰਭ ਹੋਣਗੇ। ਉਪਰੰਤ ਜੋ ਭੋਗ ਪੈਣਗੇ, ਸੁੰਦਰ ਦੀਵਾਨ ਸੱਜਣਗੇ। ਆਪ ਸੰਗਤਾਂ ਨੂੰ ਬੇਨਤੀ ਹੈ, ਪ੍ਰਬੰਧਕ ਜਨਾਂ ਵੱਲੋਂ ਆਪ ਜੀ ਨੇ ਹਾਜ਼ਰੀਆਂ ਲਵਾਉਣੀਆਂ, ਗੁਰੂ ਜਸ ਇਤਿਹਾਸ ਦੇ ਨਾਲ ਜਾਣੂ ਹੋਣਾ ਹੈ, ਇਹ ਬੇਨਤੀ ਪ੍ਰਵਾਨ ਕਰਨੀ। ਔਰ ਦੂਸਰੇ ਸਾਕਾ ਸਰਹੰਦ ਨੂੰ ਸੰਬੰਧਿਤ 26 ਤੋਂ 28 ਜੋ ਕਿ ਸਭਾ ਸਰਹੰਦ ਸਾਹਿਬ ਜੀ ਪਾਵਨ ਫਤਿਹਗੜ੍ਹ ਸਾਹਿਬ ਬੜੀ ਸ਼ਰਧਾ ਪ੍ਰੇਮ ਭਾਵਨਾ ਦੇ ਨਾਲ ਸਾਰੇ ਸੰਸਾਰ ਦੇ ਵਿੱਚੋਂ ਸਿੱਖ ਉੱਥੇ ਪਹੁੰਚਦੇ ਨੇ ਔਰ ਆਪਣਾ ਸਜਦਾ ਉਸ ਪਾਵਨ ਸ਼ਹੀਦਾਂ ਦੀ ਧਰਤੀ ਨੂੰ ਕਰਦੇ ਨੇ, ਜੋ ਸੰਸਾਰ ਦੀ ਸਾਰੀ ਧਰਤੀ ਦੇ ਨਾਲੋਂ ਮਹਿੰਗੀ ਧਰਤੀ ਹੈ, ਜੋ ਕਿ ਬਹੁਤ ਦੀਵਾਨ ਟੋਡਰਮਲ ਜੀ ਨੇ ਜੋ ਆਪਣਾ ਜਿਹੜਾ ਸਾਰਾ ਹੀ ਅੰਨ ਧਨ ਦੇ ਕੇ ਉਸ ਜਗ੍ਹਾ ਨੂੰ ਪ੍ਰਾਪਤ ਕੀਤਾ ਤੇ ਛੋਟੇ ਲਾਲਾਂ ਦੀ ਉਸ ਅੰਤਮ ਸੰਸਕਾਰ ਵਾਸਤੇ ਜਗ੍ਹਾ ਨੂੰ ਪ੍ਰਾਪਤ ਕੀਤਾ। ਸੋ ਉੱਥੋਂ ਦੀ ਤਰ੍ਹਾਂ ਇੱਥੇ ਵੀ 26 ਤੋਂ 28 ਤਰੀਕ ਨੂੰ ਗੁਰੂ ਘਰ ਵਿਖੇ ਫੇਰ ਗੁਰੂ ਘਰ ਦੇ ਪ੍ਰਬੰਧ ਵੱਲੋਂ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਗੁਰਬਾਣੀ ਦੇ ਕੀਰਤਨ ਹੋਣਗੇ, ਸੁੰਦਰ ਦੀਵਾਨ ਸੱਜਣਗੇ। ਔਰ ਇਸ ਤੋਂ ਉਪਰੰਤ ਇੱਥੋਂ ਦੇ ਛੋਟੇ ਵੱਡੇ ਬੱਚਿਆਂ ਵਾਸਤੇ ਜੋ ਸਿੱਖੀ ਕੈਂਪ ਦਾ ਪ੍ਰਬੰਧ ਕੀਤਾ ਗਿਆ, ਇਹਨਾਂ ਸ਼ਹਾਦਤਾਂ ਨੂੰ ਸੰਬੰਧਿਤ ਔਰ ਇਸ ਸ਼ਹੀਦੀ ਸਾਕਿਆਂ ਨੂੰ ਦੱਸਣ ਵਾਸਤੇ ਨਵੀਂ ਜਨਰੇਸ਼ਨ ਨੂੰ ਪ੍ਰਬੰਧ ਕੀਤੇ ਗਏ ਨੇ, ਜੋ ਕਿ ਇੰਗਲਿਸ਼ ਦੇ ਵਿੱਚ ਇੱਥੋਂ ਦੇ ਬੱਚਿਆਂ ਨੂੰ ਸਮਝਾਉਣਗੇ, ਇਤਿਹਾਸ ਬਾਰੇ ਚਾਨਣਾ ਪਾਉਣਗੇ। ਔਰ 29 ਤੇ 30 ਤਰੀਕ ਨੂੰ 2 ਦਿਨ ਇਸ ਗੁਰੂ ਘਰ ਵਿਖੇ ਸਿੱਖੀ ਕੈਂਪ ਜਿਹੜਾ ਲੱਗ ਰਿਹਾ ਹੈ, ਜਿਹਦੇ ਵਿੱਚ ਵੱਖੋ ਵੱਖਰੇ ਬੁਲਾਰੇ ਇਸ ਇੰਗਲੈਂਡ ਦੀ ਧਰਤੀ ਤੋਂ ਆਉਣਗੇ, ਜੋ ਆਪਣੇ ਵਿਚਾਰ ਰੱਖਣਗੇ, ਬੱਚਿਆਂ ਨੂੰ ਸਿੱਖੀ ਨਾਲ ਜੋੜਨਗੇ। ਔਰ ਜੋ ਸਾਡੀ ਲਾਸਾਨੀ ਸ਼ਹਾਦਤ ਹੈ, ਵੱਡੇ ਸਾਹਿਬਜ਼ਾਦਿਆਂ ਦੀ, ਛੋਟੇ ਸਾਹਿਬਜ਼ਾਦਿਆਂ ਦੀ ਸਾਕਾ ਸਰਹੰਦ ਹੈ, ਉਹਨੂੰ
ਬਾਖੂਬੀ ਦੇ ਨਾਲ ਜਿਹੜੇ ਸਾਡੇ ਇੱਥੋਂ ਦੇ ਨੌਜਵਾਨ ਨੇ, ਯੰਗ ਜਨਰੇਸ਼ਨ ਹੈ, ਛੋਟੇ ਬੱਚੇ ਨੇ, ਉਹਨਾਂ ਨੂੰ ਇੰਗਲਿਸ਼ ਦੇ ਵਿੱਚ ਇਹ ਜੋ 2 ਦਿਨ ਹੈ ਸਿੱਖੀ ਦਾ ਕੈਂਪ 9 ਵਜੇ ਤੋਂ ਲੈ ਕੇ 5 ਵਜੇ ਤੱਕ ਲੱਗੇਗਾ। ਸੋ ਆਪ ਸੰਗਤਾਂ ਨੇ ਇਹਨਾਂ ਸਾਰੇ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਪ੍ਰਬੰਧਕ ਕਮੇਟੀਆਂ ਨੂੰ, ਸੇਵਾਦਾਰਾਂ ਨੂੰ ਸੋ ਇਹ ਸੇਵਾ ਦਾ ਮਾਣ ਬਖਸ਼ਣਾ। ਗੁਰੂ ਕੇ ਲੰਗਰ ਅਤੁੱਟ ਸੇਵਾ ਹੋਵੇਗੀ। ਪੌਲ ਚੌਕ ਦੀ ਖਿਮਾ ਜੀ ਬੇਨਤੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਪਤਾ ਹੈ ਕਿ ਜੋ ਇਸ ਸਾਲ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਪੁਰਬ ਆ ਰਿਹਾ ਹੈ, ਔਰ ਇਸ ਸੰਬੰਧ ਦੇ ਵਿੱਚ ਸਿੱਖ ਚੈਨਲ ਦੀ ਟੀਮ ਅੱਜ ਲੈਸਟਰ ਵਿਖੇ ਪਹੁੰਚੀ ਸੀ ਔਰ ਸਮੂਹ ਗੁਰੂ ਘਰਾਂ ਵਿੱਚ ਜਾ ਕੇ ਪ੍ਰਬੰਧਕਾਂ ਦੇ, ਸੇਵਾਦਾਰਾਂ ਦੇ, ਸਾਰੇ ਉਹਨਾਂ ਦੇ ਅਸੀਂ ਵਿਚਾਰ ਲਏ ਨੇ। ਔਰ ਅੱਜ ਹੁਣ ਜਿਵੇਂ ਕਿ ਪਤਾ ਹੈ ਕਿ ਹੁਣ ਸ਼ਾਮ ਦਾ ਮੌਕਾ ਹੈ, ਹੁਣ ਇਹ ਜੇ ਕਹਿ ਦਈਏ ਅਸੀਂ ਗੁਰਪੰਥ ਪ੍ਰਕਾਸ਼ ਗੁਰਦੁਆਰਾ ਸਾਹਿਬ ਦੀ ਟੀਮ ਜਿਹੜੀ ਹੈ ਉਹ ਸਾਰੀਆਂ ਸੰਗਤਾਂ ਨੂੰ, ਪ੍ਰਬੰਧਕਾਂ ਨੂੰ, ਸੇਵਾਦਾਰਾਂ ਨੂੰ ਸੱਦੇ ਪੱਤਰ ਦੇ ਕੇ ਵਾਪਸ ਪਹੁੰਚੀ ਹੈ ਤੇ ਸ਼ਾਮ ਦਾ ਸਮਾਂ ਹੈ। ਇਹੋ ਹੀ ਸਮਾਂ ਹੋਵੇਗਾ ਜਦੋਂ 26 ਦਸੰਬਰ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਜੋ ਗੁਰਦੁਆਰਾ ਗੁਰਪੰਥ ਪ੍ਰਕਾਸ਼ ਜਿਹੜਾ ਤੁਸੀਂ ਬੋਰਡ ਸਾਡਾ ਪਿੱਛੇ ਦੇਖ ਰਹੇ ਆ, ਇਹ ਸਥਾਨ ਜਿਹੜਾ ਬਾਬਾ ਜਸਵੰਤ ਸਿੰਘ ਜੀ ਖਾਲਸਾ ਜੀ ਨੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਸਥਾਪਿਤ ਕੀਤਾ ਸੀ। ਤੇ ਇੱਥੇ ਜਿਹੜੇ 26 ਦਸੰਬਰ ਨੂੰ ਪ੍ਰੋਗਰਾਮ ਉਲੀਕੇ ਗਏ ਨੇ, ਉਹਦੀ ਰੂਪਰੇਖਾ ਦੇਣ ਵਾਸਤੇ ਸਾਡੇ ਕੋਲ ਗੁਰੂ ਘਰ ਦੇ ਸੇਵਾਦਾਰ ਭਾਈ ਸੁਰਿੰਦਰ ਸਿੰਘ ਜੀ ਸ਼ਾਮਲ ਨੇ ਤੇ ਨਾਲ ਗੁਰੂ ਘਰ ਦੇ ਹੋਰ ਸੇਵਾਦਾਰ ਵੀ ਖੜੇ ਨੇ। ਆਓ ਅਸੀਂ ਸੁਰਿੰਦਰ ਸਿੰਘ ਜੀ ਤੋਂ ਸੁਣਦੇ ਹਾਂ ਕਿ ਉਹਨਾਂ ਨੇ 26 ਦਸੰਬਰ ਨੂੰ ਕਿਹੋ ਜਿਹਾ ਪ੍ਰੋਗਰਾਮ ਲਿਖਿਆ ਹੈ ਤੇ ਆਪਣੇ ਵੱਲੋਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਨਾਲ ਖਾਸ ਤੌਰ ਤੇ ਈਸਟ ਮੇਲੈਂਡ ਦੀਆਂ ਜਿਹੜੀਆਂ ਸੰਗਤਾਂ ਨੂੰ ਉਹਨਾਂ ਨੂੰ ਕਿਹੋ ਜਿਹਾ ਸੁਨੇਹਾ ਦੇਣਾ ਚਾਹੁੰਦੇ ਨੇ ਅਤੇ ਇੰਗਲੈਂਡ ਦੀਆਂ ਸੰਗਤਾਂ ਨੂੰ ਉਹ ਕੀ ਆਪਣੇ ਵੱਲੋਂ ਗੱਲ ਕਹਿਣੀ ਚਾਹੁੰਦੇ ਆ, ਸੁਨੇਹਾ ਦੇਣਾ ਚਾਹੁੰਦੇ ਆ। ਤੇ ਆਓ ਅਸੀਂ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਭਾਈ ਸੁਰਿੰਦਰ ਸਿੰਘ ਜੀ ਦਾ ਤੇ ਨਾਲੇ ਉਹਨਾਂ ਨੂੰ ਅਸੀਂ ਮਾਈਕ ਦਿੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਚੈਨਲ ਦੇ ਮਾਧਿਅਮ ਰਾਹੀਂ ਸੁਣ ਰਹੀਆਂ ਹਾਂ ਸਮੂਹ ਸੰਗਤਾਂ ਨੂੰ ਗੁਰੂ ਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਸੁਰਿੰਦਰ ਸਿੰਘ ਸੇਵਾਦਾਰ ਗੁਰਦੁਆਰਾ ਗੁਰਪੰਥ ਪ੍ਰਕਾਸ਼ ਲੈਸਟਰ, ਜੋ ਕਿ ਮਹਾਂਪੁਰਖ ਅਤੀ ਪੂਜਨੀਕ ਮਹਾਂਪੁਰਖ ਬਾਬਾ ਜੀ ਬਾਲ ਜਸਵੰਤ ਸਿੰਘ ਜੀ ਖਾਲਸਾ ਲੁਧਿਆਣੇ ਵਾਲੇ ਸਮਰਾਲਾ ਚੌਂਕ ਤੋਂ ਉਹਨਾਂ ਵੱਲੋਂ ਇਹ ਸਥਾਨ ਸਥਾਪਿਤ ਕੀਤੇ ਗਏ ਸਨ। ਉਹਨਾਂ ਦੇ ਇਸ ਵੇਲੇ ਮੁੱਖ ਸੇਵਾਦਾਰ ਉਹਨਾਂ ਵੱਲੋਂ ਵਰਸਾਏ ਹੋਏ ਭਾਈ ਸਾਹਿਬ ਭਾਈ ਅਨੰਦਰਾਜ ਸਿੰਘ ਜੀ, ਉਹਨਾਂ ਵੱਲੋਂ ਗੁਰੂ ਘਰ ਦੇ ਸਮੂਹ ਸੇਵਾਦਾਰਾਂ ਵੱਲੋਂ ਸਮੂਹ ਸੰਗਤਾਂ ਨੂੰ, ਸਿੱਖ ਸੰਗਤਾਂ ਨੂੰ, ਲੈਸਟਰ ਦੀਆਂ ਔਰ ਈਸਟ ਮਿਡਲੈਂਡ ਦੀਆਂ ਸਮੂਹ ਸੰਗਤਾਂ ਨੂੰ ਇਹ ਸਨਿਮਰ ਬੇਨਤੀ ਹੈ ਕਿ 26 ਤਰੀਕ ਦੇ ਉਲੀਕੇ ਹੋਏ ਸਾਕਾ ਸਰਹੰਦ ਨੂੰ ਸਮਰਪਿਤ ਪ੍ਰੋਗਰਾਮ ਦੇ ਵਿੱਚ ਆਪ ਜੀ ਨੇ ਆ ਕਰਕੇ ਆਪ ਜਿੱਥੇ ਅਸੀਸਾਂ ਦੇ ਭਾਗੀ ਬਣਨਾ ਹੈ, ਉੱਥੇ ਸਮੂਹ ਸੇਵਾਦਾਰਾਂ ਨੂੰ ਆਪ ਜੀ ਨੇ ਅਸੀਸਾਂ ਦੇ ਭਾਗੀ ਬਣਾਉਣ ਦੀ ਕਿਰਪਾਲਤਾ ਕਰਨੀ ਜੀ। ਇੱਕ ਵਾਰ ਫੇਰ ਭਾਈ ਸਾਹਿਬ ਭਾਈ ਅਨੰਦਰਾਜ ਸਿੰਘ ਜੀ ਗੁਰੂ ਘਰ ਦੇ ਸਮੂਹ ਸੇਵਾਦਾਰਾਂ ਵੱਲੋਂ ਆਪ ਸਮੂਹ ਸੰਗਤਾਂ ਦੇ ਸਨਮੁਖ ਇਸ ਨਿਮਰ ਬੇਨਤੀ ਹੈ ਜੀ। ਗੁਰੂ ਘਰ ਦਾ ਪਤਾ ਆਪ ਜੀ ਨੇ ਨੋਟ ਕਰ ਲੈਣਾ, 19 ਐਸ਼ਫੋਰਡ ਰੋਡ ਆਫ ਵੈਲਫੋਰਡ ਰੋਡ, ਪੋਸਟ ਕੋਡ LE2 6AA। ਗੁਰੂ ਘਰ ਦੇ ਸੇਵਾਦਾਰ ਆਪ ਜੀ ਦੇ ਫੋਨਾਂ ਦੀ ਔਰ ਆਪ ਜੀ ਦੇ ਕੋਈ ਵੀ ਜਾਣਕਾਰੀ ਪ੍ਰਾਪਤ ਕਰਨੀ ਹੋਵੇ ਉਹਦੀ ਉਡੀਕ ਵਿੱਚ ਰਹਿਣਗੇ। ਪੋਸਟਰ ਦੇ ਉੱਤੇ ਔਰ ਟੈਲੀਵਿਜ਼ਨ ਦੇ ਰਾਹੀਂ ਵੀ, ਰੇਡੀਓ ਰਾਹੀਂ ਵੀ ਇਹ ਟੈਲੀਫੋਨ ਨੰਬਰ ਆਪ ਜੀ ਨੂੰ ਨਸ਼ਰ ਕੀਤੇ ਗਏ ਹਨ, ਸੋ ਆਪ ਜੀ ਨੇ ਨੋਟ ਕਰ ਲੈਣੇ। ਗੁਰੂ ਘਰ ਦੇ ਵਿੱਚ ਉਸ ਦਿਨ ਸਪੈਸੀਫਿਕਲੀ ਜਿੱਥੇ ਪ੍ਰੋਗਰਾਮ ਚੱਲਦੇ ਹਨ, ਗੁਰੂ ਘਰ ਦੇ ਵਿੱਚ ਲੰਗਰ ਅਤੁੱਟ ਵਰਤਣਗੇ ਜੋ ਵਰਤਦੇ ਰਹਿੰਦੇ ਹਨ। ਹੋਰ ਵੀ ਗੁਰੂ ਪਿਆਰੇ ਨੇ, ਕਈਆਂ ਪਰਿਵਾਰਾਂ ਨੇ ਗਰਮ ਜਲੇਬੀਆਂ ਦੇ ਸਟਾਲ ਲਾਉਣੇ ਹਨ ਤੇ ਹੋਰ ਬੱਚਿਆਂ ਦੇ ਵਾਸਤੇ, ਤਾਂ ਕਿ ਉਹਨਾਂ ਨੂੰ ਅਟਰੈਕਟ ਕੀਤਾ ਜਾ ਸਕੇ, ਉਹਨਾਂ ਦੇ ਰੋਚਕ ਢੰਗ ਵਾਸਤੇ ਉਹਨਾਂ ਦਾ ਢੁਕਵਾਂ ਜੋ ਫੂਡ ਹੈ, ਚਿਪਸ ਵਗੈਰਾ, ਪੀਜ਼ਾ ਵਗੈਰਾ, ਉਹਨਾਂ ਦੇ ਵੀ ਸਟਾਲ ਗੁਰੂ ਪਿਆਰੇ ਨੇ ਸੇਵਾਵਾਂ ਪ੍ਰਾਪਤ ਕੀਤੀਆਂ ਹਨ। ਸੋ ਆਪ ਜੀ ਨੇ ਇਹ ਮੌਕਾ ਜੋ ਆਪਣੇ ਪਿਆਰੇ ਸ਼ਹੀਦਾਂ ਨੂੰ, ਸਤਿਕਾਰ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਆਏ ਸਮਾਂ ਆਪਾਂ ਨੂੰ ਮਿਲਿਆ ਹੈ, ਆਪ ਜੀ ਨੇ ਖਿੰਝਾਉਣਾ ਨਹੀਂ, ਜ਼ਰੂਰ ਪਰ ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਸੋ ਗੁਰੂ ਸਾਧ ਸੰਗਤ ਜੀਓ, ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਇਹ ਮਹੀਨਾ, ਜਿਸ ਦੇ ਵਿੱਚ ਕਿ ਬਹੁਤ ਸੰਜੀਦਗੀ ਦਾ ਸਮਾਂ
ਸਿੱਖ ਪੰਥ ਵਾਸਤੇ ਇਹ ਹੋਇਆ ਕਰਦਾ ਹੈ। ਤੇ ਮੇਰਾ ਨਿੱਜੀ ਤੌਰ 'ਤੇ ਸਮੂਹ ਸੰਗਤਾਂ ਨੂੰ ਇਹੀ ਸੁਨੇਹਾ ਹੈ ਕਿ ਭਾਈ ਆਓ ਰਲ ਮਿਲ ਕਰਕੇ ਉਹਨਾਂ ਸ਼ਹੀਦਾਂ ਨੂੰ ਸਿਜਦਾ ਕਰੀਏ, ਆਪਣੇ ਸ਼ਰਧਾ ਦੇ ਫੁੱਲ ਅਰਪਣ ਕਰੀਏ। ਹਾਲਾਂਕਿ ਪਿਛਲੇ ਬਹੁਤ ਦਹਾਕਿਆਂ ਤੋਂ, ਕਿਉਂਕਿ ਇਹਨਾਂ ਮੁਲਕਾਂ ਵਿੱਚ ਰਹਿੰਦੇ ਹੋਏ ਜੋ ਇੱਥੇ ਦਾ ਮਾਹੌਲ ਹੈ, ਜੋ ਇੱਥੇ ਦਾ ਰੈਟਰਿਕ ਹੈ, ਜੋ ਇੱਥੇ ਦੀ ਜੋ ਇਸ ਸਮੇਂ ਦੇ ਦੌਰਾਨ ਦੁਕਾਨਾਂ 'ਤੇ ਚਲੇ ਜਾਈਏ, ਸ਼ਾਪਿੰਗ ਸੈਂਟਰ ਚਲੇ ਜਾਈਏ, ਰੇਡੀਓ 'ਤੇ ਸੁਣੀਏ ਜਾਂ ਟੈਲੀਵਿਜ਼ਨ 'ਤੇ ਸੁਣੀਏ, ਅਤੇ ਕ੍ਰਿਸਮਸ ਦੀ ਬਹਾਰ ਅਤੇ ਉਹਦੀ ਬੌਛਾਰ ਉਹੀ ਜੋ ਮੀਡੀਆ ਦੇ ਥਰੂ ਸਾਡੇ ਕੰਨਾਂ 'ਤੇ, ਸਾਡੇ ਘਰਾਂ ਦੇ ਵਿੱਚ ਟੈਲੀਵਿਜ਼ਨ ਰਾਹੀਂ ਸਾਨੂੰ ਸੁਣਨ ਨੂੰ ਮਿਲਦਾ ਹੈ। ਪਰ ਕਿਉਂਕਿ ਸਤਿਗੁਰਾਂ ਦੀ ਰਹਿਮਤ ਹੋਈ ਹੈ, ਸਾਡੇ ਕੋਲ ਆਪਣਾ ਮੀਡੀਆ ਹੁਣੇ ਮੁਹੱਈਆ ਹੋਇਆ, ਜਿਹਦੇ ਕਰਕੇ ਸਾਨੂੰ ਆਪਣੇ ਪਿਛੋਕੜ ਦੇ ਨਾਲ ਜੁੜਨ ਦਾ ਉਹ ਪ੍ਰਚਾਰ ਅਤੇ ਉਹ ਪ੍ਰਸਾਰ ਸਾਡੇ ਘਰਾਂ 'ਤੇ ਪਹੁੰਚ ਸਕਿਆ। ਉੱਚੇ ਭਾਗਾਂ ਦੀ ਨਿਸ਼ਾਨੀ ਹੈ। ਮੈਂ ਕਹਾਂ ਇਸ ਉਮਰ ਤੱਕ ਪਹੁੰਚਦਿਆਂ ਮੈਂ ਸ਼ਾਇਦ ਇੰਨਾ ਪ੍ਰਚਾਰ ਅਤੇ ਪ੍ਰਸਾਰ ਆਪਣੀ ਜ਼ਿੰਦਗੀ ਵਿੱਚ ਕਦੇ ਮਹਿਸੂਸ ਨਹੀਂ ਕੀਤਾ, ਜੋ ਕਿ ਅਵੇਅਰਨੈਸ ਅਤੇ ਪ੍ਰਚਾਰ ਇਸ ਵਕਤ ਜਿਸ ਦੌਰ ਦੇ ਵਿੱਚੋਂ ਸਿੱਖ ਪੰਥ ਗੁਜ਼ਰ ਰਿਹਾ। ਸੋ ਆਓ ਰਲ ਮਿਲ ਕਰਕੇ, ਜਿੱਥੇ ਆਪ ਆਪਣੇ ਪਿਛੋਕੜ ਤੋਂ, ਆਪਣੇ ਇਤਿਹਾਸ ਤੋਂ ਜਾਣੂ ਹੋਣਾ, ਆਪਣੇ ਬੱਚਿਆਂ ਨੂੰ ਆਪਣੇ ਪਿਛੋਕੜ ਤੋਂ, ਆਪਣੇ ਵਿਰਸੇ ਤੋਂ, ਆਪਣੇ ਇਤਿਹਾਸ ਤੋਂ ਜਾਣੂ ਕਰਾਈਏ। ਕਿਉਂ ਜੋ ਜਿੱਥੇ ਗੁਰਮਤਿ ਦੀ ਸਿੱਖਿਆ, ਗੁਰੂ ਮਹਾਰਾਜ ਦੇ ਸ਼ਬਦ ਦੇ ਨਾਲ ਜੁੜਨਾ ਜ਼ਰੂਰੀ ਹੈ, ਉੱਥੇ ਇਤਿਹਾਸ ਤੋਂ ਜਾਣੂ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਉਹ ਸਾਡੀਆਂ ਜੜ੍ਹਾਂ ਹਨ। ਕਿਸ ਤਰ੍ਹਾਂ ਦੇ ਨਾਲ ਇਹ ਜੋ ਸਿੱਖੀ ਦਾ ਬੂਟਾ ਹੈ, ਸਿੱਖੀ ਦਾ ਮਹਿਲ ਹੈ, ਇਹਨੂੰ ਸਿੰਜਿਆ ਗਿਆ ਹੈ, ਇਸ ਬੂਟੇ ਨੂੰ ਲਹੂ ਦੇ ਨਾਲ। ਉਹ ਛੋਟੀ ਛੋਟੀਆਂ ਜਿੰਦਾਂ ਜਿਹੜੀਆਂ ਕਿ ਈਨ ਨਾ ਮੰਨਦੀਆਂ ਹੋਈਆਂ, ਧਰਮ ਦੇ ਪਰਪੱਖ ਰਹਿੰਦੀਆਂ ਹੋਈਆਂ, ਉਹਨਾਂ ਨੇ ਆਪਣੀ ਜਿੰਦਾਂ ਸਾਡੇ ਕੌਮ ਦੇ ਉੱਤੋਂ, ਆਪਣੇ ਧਰਮ ਤੋਂ, ਆਪਣੇ ਅਸੂਲਾਂ ਤੋਂ ਵਾਰ ਦਿੱਤੀਆਂ। ਅਤੇ ਮੇਰੀ ਪੁਰਜ਼ੋਰ ਇਹ ਬੇਨਤੀ ਹੈ, ਆਓ ਆਪਣੇ ਬੱਚਿਆਂ ਨੂੰ ਇਹ ਸਮਾਂ ਜ਼ਰੂਰ ਯਾਦ ਕਰਾਈਏ, ਔਰ ਗੁਰੂ ਘਰ ਦੇ ਵਿੱਚ ਆ ਕੇ ਜਿੱਥੇ ਉਹਨਾਂ ਨੂੰ ਯਾਦ ਕਰਾਉਣਾ ਹੈ, ਆਪਣੇ ਆਪ ਨੂੰ ਵੀ ਪਰਪੱਖ ਕਰਨਾ ਹੈ, ਅਤੇ ਗੁਰੂ ਘਰ ਦੇ ਵਿੱਚ ਆ ਕੇ ਜੋ ਇਤਿਹਾਸਕ ਜੋ ਵੀ ਆਪਾਂ ਨੂੰ ਉਹ ਕਥਾਕਾਰ, ਕਵੀਸ਼ਰ, ਢਾਡੀ ਜੱਥੇ ਅਤੇ ਆਪਾਂ ਨੂੰ ਸਰਵਣ ਕਰਾਉਣਗੇ ਇਤਿਹਾਸ ਦੇ ਪੰਨੇ, ਉਹਨਾਂ ਤੋਂ ਆਪਾਂ ਜਾਣੂ ਹੋ ਸਕਾਂਗੇ। ਇਹਨਾਂ ਸ਼ਬਦਾਂ ਦੇ ਨਾਲ ਆਪ ਜੀ ਨੂੰ ਇੱਕ ਵਾਰੀ ਫੇਰ ਬੇਨਤੀ ਕਰਦਾ ਹੋਇਆ ਈਸਟ ਮਿਡਲੈਂਡ ਦੀਆਂ ਸਮੂਹ ਸੰਗਤਾਂ ਨੂੰ, ਕਿਉਂ ਜੋ ਨੋਟਿੰਗਮ, ਡਾਰਬੀ, ਕੋਵੈਂਟਰੀ ਅਤੇ ਲੈਸਟਰ ਆਪਾਂ ਨੂੰ ਇਹੀ ਮੌਕਾ ਮਿਲਿਆ ਜਿਹਦੇ ਵਿੱਚ ਕਿ ਇਹ ਪ੍ਰੋਗਰਾਮ ਆਪਾਂ ਇੱਥੇ ਰਲ ਮਿਲ ਕੇ ਸਾਂਝੇ ਤੌਰ 'ਤੇ ਮਨਾਈਏ। ਅੱਜ ਸ਼ਿੰਦਰਪਾਲ ਸਿੰਘ ਹੋਣਾ ਦੇ ਨਾਲ ਅਤੇ ਸਿੱਖ ਚੈਨਲ ਦੀ ਸਾਰੀ ਟੀਮ ਦੇ ਨਾਲ, ਹਰਵਿੰਦਰ ਸਿੰਘ ਅਤੇ ਬੱਚੀ ਗੁਰਪ੍ਰੀਤ ਕੌਰ ਅਤੇ ਹੋਰ ਸਮੂਹ ਸੇਵਾਦਾਰ ਸਾਡੇ ਨਾਲ ਇੱਥੇ ਦੇ ਸਹਿਯੋਗੀ, ਸਾਰੇ ਗੁਰੂ ਘਰਾਂ ਦੇ ਵਿੱਚ ਜਾ ਕੇ ਅਸੀਂ ਨਿੱਜੀ ਤੌਰ 'ਤੇ ਸੱਦਾ ਪੱਤਰ ਦੇ ਕੇ ਆਏ ਹਾਂ, ਤਾਂ ਜੋ ਸਾਰਿਆਂ ਨੂੰ ਇਸ ਚੀਜ਼ ਤੋਂ ਅਗਾਹ ਕਰਾਇਆ ਜਾ ਸਕੇ, ਆਪਣੇ ਆਪਣੇ ਗੁਰੂ ਘਰਾਂ ਦੇ ਵਿੱਚ ਸੰਗਤਾਂ ਨੂੰ ਇਹ ਸੁਨੇਹਾ, ਇਹ ਹੋਕਾ ਦੇ ਸਕਣ। ਆਓ ਸਾਂਝੇ ਤੌਰ 'ਤੇ ਰਲ ਮਿਲ ਕਰਕੇ ਆਪਣੇ ਸ਼ਰਧਾ ਦੇ ਫੁੱਲ ਲੈ ਕੇ ਆਪਾਂ ਇੱਥੇ ਹਾਜ਼ਰ ਹੋਈਏ, ਅਤੇ ਸਾਹਿਬਜ਼ਾਦਿਆਂ ਨੂੰ ਔਰ ਉਹਨਾਂ ਮਹਾਨ ਸ਼ਹੀਦਾਂ ਨੂੰ ਜਿਨ੍ਹਾਂ ਨੇ ਆਪਣੀਆਂ ਜਿੰਦਾਂ ਕੌਮ ਤੋਂ ਵਾਰ ਦਿੱਤੀਆਂ, ਅਸਲੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਸਾਂਝੇ ਤੌਰ 'ਤੇ ਬੈਠ ਕੇ ਜੋ ਉਹਨਾਂ ਨੂੰ ਆਪਣੇ ਸ਼ਰਧਾ ਦੇ ਫੁੱਲ ਭੇਟ ਕਰ ਸਕੀਏ। ਔਰ ਸਾਰੀ ਦੁਨੀਆ ਦੇ ਵਿੱਚ ਇਹੀ ਸੁਨੇਹਾ ਹੋਰ ਗੁਰੂ ਘਰਾਂ ਦੇ ਸੇਵਾਦਾਰਾਂ ਨੇ ਵੀ ਇਹੀ ਦੇਣਾ ਕੀਤਾ ਹੈ ਕਿ ਭਾਈ ਆਓ ਰਲ ਮਿਲ ਕਰਕੇ ਆਪਣੇ ਬੱਚਿਆਂ ਨੂੰ ਆਪਣੇ ਇਤਿਹਾਸ ਤੋਂ ਜ਼ਰੂਰ ਜਾਣੂ ਕਰਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਜਿਵੇਂ ਕਿ ਸਿੱਖ ਚੈਨਲ ਦੀ ਜ਼ਿਕਰ ਕੀਤਾ, ਸਿੱਖ ਚੈਨਲ ਦਾ ਗੱਲ ਕੀਤੀ ਆ ਕਿ ਸਿੱਖ ਚੈਨਲ ਦੇ ਵੱਲੋਂ ਇਹ ਉਪਰਾਲਾ ਕੀਤਾ ਗਿਆ, ਪਰ ਇਹ ਉਪਰਾਲਾ ਸਿੱਖ ਚੈਨਲ ਦਾ ਇਕੱਲਿਆਂ ਦਾ ਨਹੀਂ, ਇਹ ਸਮੂਹ ਸੰਗਤਾਂ ਦਾ ਉਪਰਾਲਾ ਹੈ, ਜਿਨ੍ਹਾਂ ਦਾ ਭਰਪੂਰ ਯੋਗਦਾਨ ਪਿਛਲੇ ਸਮਿਆਂ ਵਿੱਚ ਰਿਹਾ ਹੈ। ਔਰ ਅੱਜ ਦੇ ਇਸ ਦਿਹਾੜੇ ਉੱਤੇ ਅਸੀਂ ਖਾਸ ਤੌਰ 'ਤੇ ਜਿਹੜੀਆਂ ਲੈਸਟਰ ਦੀਆਂ ਸਮੂਹ ਸੰਗਤਾਂ ਨੇ, ਸਮੂਹ ਗੁਰੂ ਘਰ ਜਿੱਥੇ ਜਿੱਥੇ ਵੀ ਅਸੀਂ ਜਾ ਕੇ ਆਏ ਹਾਂ, ਉਹਨਾਂ ਪ੍ਰਬੰਧਕਾਂ ਦਾ, ਸੇਵਾਦਾਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਖਿੜੇ ਮੱਥੇ ਇਸ ਸੱਦੇ ਨੂੰ ਪ੍ਰਵਾਨਿਆ ਔਰ ਦਾਸਾਂ ਦੀਆਂ ਬੇਨਤੀਆਂ ਨੂੰ ਪ੍ਰਵਾਨ ਕਰਕੇ ਉਹਨਾਂ ਨੇ ਸਾਨੂੰ ਨਿਵਾਜਿਆ। ਅਤੇ ਮੈਂ ਥੋੜ੍ਹਾ ਜਿਹਾ ਇੱਕ ਵਾਰ ਫਿਰ ਭਾਈ ਸੁਰਿੰਦਰ ਸਿੰਘ ਨੂੰ ਕਹਾਂਗਾ ਕਿ ਇਸ ਗੁਰੂ ਘਰ ਦਾ ਜਿਹੜਾ ਪਤਾ ਹੈ, ਸਿਰਨਾਮਾ ਹੈ, ਉਹ ਆਪ ਜੀ ਨੂੰ ਜਾਣੂ ਕਰਾ ਦਿਓ। ਅਤੇ ਨਾਲ ਦੀ ਨਾਲ ਮੈਂ ਤਾਂ ਇਹ ਵੀ ਬੇਨਤੀ ਕਰਾਂਗਾ ਕਿ ਪੀਟਰਬਰੋ ਤੱਕ ਜਾਂ ਲਫਰੋ ਦੀ ਜਿਹੜੀਆਂ ਸੰਗਤਾਂ ਨੇ, ਉਹਨਾਂ ਨੂੰ ਵੀ ਇਹਦੇ ਵਿੱਚ ਸ਼ਾਮਲ ਹੋਣ ਦੀ ਬਹੁਤ ਜ਼ਰੂਰਤ ਹੈ। ਅਤੇ ਨਾਲ ਦੀ ਨਾਲ
ਇੰਗਲੈਂਡ ਦੇ ਵਿੱਚ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ, ਜਿਵੇਂ ਕਿ ਤੁਸੀਂ ਸਾਡਾ ਸਕਰੋਲ ਦੇ ਉੱਤੇ ਇਹ ਦੇਖਦੇ ਰਹਿੰਦੇ ਹੋ, ਸਾਰੇ ਹਫਤੇ ਦਾ ਪ੍ਰੋਗਰਾਮ ਹੈਗਾ। ਉਹਨਾਂ ਗੁਰੂ ਘਰਾਂ ਵਿੱਚ ਜ਼ਰੂਰ ਜਾ ਕੇ, ਭਾਵੇਂ ਤੁਸੀਂ ਅੱਧਾ ਘੰਟਾ ਬੈਠ ਕੇ ਉਹਨਾਂ ਸਾਹਿਬਜ਼ਾਦਿਆਂ ਨੂੰ, ਮਾਤਾ ਜੀ ਨੂੰ ਸ਼ਰਧਾਂਜਲੀ ਭੇਂਟ ਕਰਨੀ ਹੈ, ਉਹਨਾਂ ਦੀ ਯਾਦ ਦੇ ਵਿੱਚ ਜੁੜਨਾ ਹੈ। ਭਾਵੇਂ ਮੂਲ ਮੰਤਰ ਹੀ ਕਰੋ, ਤੁਸੀਂ ਉਹ ਜ਼ਰੂਰ ਕਰੋ, ਪਰ ਨਾਲ ਦੀ ਨਾਲ ਆਪਣੇ ਦੋਸਤਾਂ ਮਿੱਤਰਾਂ ਨੂੰ, ਬੱਚਿਆਂ ਨੂੰ, ਰਿਸ਼ਤੇਦਾਰਾਂ ਨੂੰ ਵੀ ਇਸ ਇਤਿਹਾਸ ਤੋਂ ਸਾਨੂੰ ਜਾਣੂ ਕਰਾਉਣਾ ਸਾਡਾ ਹਰ ਗੁਰਸਿੱਖ ਦਾ, ਮਾਈ ਭਾਈ ਦਾ ਫਰਜ਼ ਬਣਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।